ਸਾਡੇ ਵਰਗੇ ਜਿਹੜੇ ਨਵੇਂ ਨੇ ਉਹਨਾਂ ਨਾਲ ਵੀ ਜਾਨੀ ਕਿ ਅਬਿਊਜ਼ ਹੁੰਦਾ LMI ਲੈਣ ਵੇਲੇ ਇਨਕਮ ਵੇਲੇ ਮਾਲਕ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜਾ ਇੱਕ ਬੰਦੇ ਦੀ ਇੱਕ LMI 40,000 50,000 ਰੇਟ ਆ ਠੀਕ ਹੈ ਜਿਸ ਬੰਦੇ को $1,000 ਨਹੀਂ ਜੇਬ ਚੋਂ 50,000 ਦੀ LMI ਕਿੱਥੋਂ ਲਊਗਾ। ਆਮ ਬੰਦਾ 4-5 ਘੰਟੇ ਡਰਾਈਵ ਕਰਕੇ ਥੱਕ ਜਾਂਦਾ ਅਸੀਂ 10-10 11-11 ਘੰਟੇ ਡਰਾਈਵ ਕਰਨਾ ਤੇ 24 ਘੰਟੇ ਸਾਨੂੰ ਜੀਣ ਲਈ ਥੋੜੇ ਪੈਂਦੇ ਸਿਰਫ 2.5 ਇੰਚ ਦੇ ਕਾਰਡ ਵਾਸਤੇ। ਰਾਤ ਮੈਂ ਉੱਥੇ ਸਟੇ ਕੀਤੀ ਸਾਰੇ ਬੰਦੇ ਸੀਗੇ ਹੁਣ ਇੱਕ ਜਦ ਐਜ਼ ਅ ਲੇਡੀ ਮੈਂ ਟਰੱਕ ਡਰਾਈਵ ਕਰਦੀ ਆ ਵਾਸ਼ਰੂਮ ਜਾਣਾ ਹੈ ਕਿੰਨੀ ਤੰਗੀ ਆਉਂਦੀ ਕਰਪਸ਼ਨ ਤੇ ਇੱਕ ਪਾਰਸ਼ੈਲਿਟੀ ਕਰਕੇ ਇੰਡੀਆ ਛੱਡ ਕੇ ਆਇਆ ਬਿਲਕੁਲ ਸਹੀ ਗੱਲ ਹੈ ਜੀ। ਇੱਥੇ ਆ ਕੇ ਮੈਂ ਕਰਪਸ਼ਨ ਸਭ ਤੋਂ ਵੱਧ ਦੇਖੀ ਆ ਪਰ ਅੱਜ ਪੰਜਾਬੀ ਦੀ ਹੈਲਪ ਨਹੀਂ ਕਰਦਾ ਪੰਜਾਬੀ ਨੂੰ ਮਾਰਨ ਤੇ ਤੁਰਿਆ। ਇੱਕ ਬੰਦੇ ਦਾ ਬਣਾਇਆ 2.5 ਇੰਚ ਦਾ ਕਾਰਡ ਅੱਜ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਇੱਕ ਬੰਦੇ ਦੀ ਵੈਲਿਊ 0 ਹੋ ਗਈ ਤੇ ਅਸੀਂ ਤਾਂ PR ਲਈ ਸਟਰਗਲ ਕਰਦੇ ਰੋਡ ਤੇ ਮਰ ਜਾਣਾ ਫੌਜੀ ਨੂੰ ਫਿਰ ਵੀ ਸ਼ਹੀਦੀ ਦਿੱਤੀ ਜਾਂਦੀ ਸਾਲ 2 ਸਾਲਾਂ ਬਾਅਦ ਸਾਨੂੰ ਤਾਂ ਉਹ ਵੀ ਨਹੀਂ ਮਿਲਦੀ। ਪਲੱਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਸੋਈ ਪੰਗੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਸਾਰਿਆਂ ਦਾ ਜੀ। ਕੈਨੇਡਾ ਦੀ ਧਰਤੀ ਇੱਕ ਸੁਪਨਿਆਂ ਦੀ ਧਰਤੀ ਆ। ਬਹੁਤ ਸਾਰੇ ਲੋਕ ਆਪਣੇ ਦਿਲ ਦੇ ਵਿੱਚ ਮਨ ਦੇ ਵਿੱਚ ਅਤੇ ਸੁਪਨੇ ਸਜਾ ਕੇ ਆਉਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਕਈਆਂ ਦੇ ਸੁਪਨੇ ਪੂਰੇ ਹੋ ਵੀ ਜਾਂਦੇ ਨੇ ਤੇ ਕਈਆਂ ਨੂੰ ਬਹੁਤ ਜ਼ਿਆਦਾ ਘਾਲਣੀ ਪੈਂਦੀ ਆਪਣੇ ਸੁਪਨਿਆਂ ਦੇ ਲਈ। ਇਹ ਵਾਕਿਆ ਇੱਕ ਕੈਨੇਡਾ ਸਵਰਗ ਵਰਗੀ ਧਰਤੀ ਹੈ ਪਰ ਇਹ ਉਹਨਾਂ ਲਈ ਹੈ ਜਿਨ੍ਹਾਂ ਦਾ ਇੱਥੇ ਜਿੱਦਾਂ ਪੰਜਾਬੀ 'ਚ ਕਹ ਲਓ ਕਿ ਸੂਤ ਲੱਗ ਗਿਆ। ਕਈ ਲੋਕ ਕਈਆਂ ਸਾਲਾਂ ਤੋਂ ਇੰਨੀ ਮਿਹਨਤ ਕਰ ਰਹੇ ਆ ਇੰਨੀ ਜ਼ਿਆਦਾ ਘਾਲ ਰਹੇ ਆ ਪਰ ਫਿਰ ਵੀ ਗੌਰਮੈਂਟ ਦੀਆਂ ਗਲਤ ਨੀਤੀਆਂ ਕਰਕੇ ਜਾਂ ਕੁਝ ਹੋਰ ਗੱਲਾਂ ਕਰਕੇ ਉਹਨਾਂ ਦਾ PR ਕਾਰਡ ਦਾ ਲੈਣ ਦਾ ਜੋ ਸੁਪਨਾ ਆ ਉਹ ਹਾਲ ਤੱਕ ਪੂਰਾ ਨਹੀਂ ਹੋ ਰਿਹਾ। ਅੱਜ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਮਹਿਮਾਨ ਆਏ ਹੋਏ ਨੇ ਗੁਰਮੀਤ ਕੌਰ ਜੀ। ਉਹ ਇੱਕ ਫੀਮੇਲ ਨੇ ਪੰਜਾਬੀ ਤੇ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਜੁੜੇ ਹੋਏ ਨੇ ਟਰੱਕ ਚਲਾਉਂਦੇ ਨੇ ਤੇ ਉਹਨਾਂ ਦੀਆਂ ਕੁਝ ਪ੍ਰੋਬਲਮਸ ਆ ਕੀ ਪ੍ਰੋਬਲਮਸ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੁਰਮੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੋਨੀ ਜੀ ਐਂਡ ਪਲੱਸ ਟੀਵੀ ਵਾਲਿਆਂ ਦਾ ਥੈਂਕ ਯੂ ਮੇਰੀ ਗੱਲ ਗਾਂ ਤੋਰਨ ਲੱਗੇ ਆ। ਸਵਾਗਤ ਹੈ ਜੀ ਤੁਹਾਡਾ। ਗੁਰਮੀਤ ਜੀ ਥੋੜਾ ਆਪਣੇ ਪਿਛੋਕੜ ਬਾਰੇ ਦੱਸਣਾ ਚਾਹੋਗੇ ਤੁਸੀਂ ਪੰਜਾਬ ਤੋਂ ਕਿੱਥੋਂ ਰਿਲੇਟਡ ਆ ਤੇ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਕੈਨੇਡਾ ਆਇਆਂ ਨੂੰ? ਹਾਂਜੀ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਪੰਜਾਬ ਤੋਂ ਤੇ ਮੇਰੀ ਹੋਸਟਲ 'ਚ ਸਟੱਡੀ ਹੋਈ ਆ ਤਾਂ ਉਸ ਤੋਂ ਬਾਅਦ ਇੱਥੇ ਮੇਰੀ ਫੈਮਿਲੀ ਸੀ ਤੇ ਮੈਂ ਆਈ ਸੀ ਮੇਰੀ ਮਦਰ ਦੇ ਸੱਟ ਲੱਗੀ ਤਾਂ ਉਸ ਤੋਂ ਬਾਅਦ ਵਰਕ ਪਰਮਿਟ ਕਰਾਇਆ ਤੇ ਮੇਰੇ ਬ੍ਰਦਰ ਦੀ ਜਿੱਦਾਂ ਵੀ ਉਹਨੇ ਮੈਨੂੰ ਪੁਸ਼ ਕੀਤਾ ਸੀ ਟਰੱਕਿੰਗ ਲਾਈਨ ਦੇ ਵਿੱਚ। ਜੀ ਠੀਕ ਆ। ਤੁਸੀਂ ਕਿੰਨੇ ਕੁ ਸਾਲ ਹੋ ਗਏ ਕੈਨੇਡਾ ਆਇਆਂ ਨੂੰ ਤੁਹਾਨੂੰ? ਮੈਂ 2017 ਚ ਆਈ ਸੀ ਦੂਜੀ ਵਾਰੀ। 4 ਸਾਲ ਹੋ ਗਿਆ ਤੁਹਾਨੂੰ ਤੁਸੀਂ ਇੰਨਾ ਟਾਈਮ ਹੋ ਗਿਆ। ਠੀਕ ਆ। ਤੇ ਤੁਸੀਂ ਸਿੱਧਾ ਇੰਡੀਆ ਤੋਂ ਇੱਥੇ ਕੈਨੇਡਾ ਆਏ ਹੈਗੇ ਆ ਜਾਂ ਪਹਿਲਾਂ ਕਿਸੇ ਹੋਰ ਵੀ ਕੰਟਰੀ ਥਰੂ ਆਏ ਹੈਗੇ ਆ? ਜੀ ਮੈਂ ਆਪਣੇ ਇਟਲੀ ਤੋਂ ਇੱਥੇ ਆਈ ਆ। ਇਟਲੀ ਚ ਮੈਂ ਸੀਗੀ PR ਸੀਗੀ। ਅੱਛਾ ਜੀ ਇੱਟਲੀ ਦੇ ਤੁਸੀਂ PR ਕਾਰਡ ਸੀਗੇ ਤੇ ਉੱਥੋਂ ਫਿਰ ਇੱਥੇ ਤੁਸੀਂ ਕੈਨੇਡਾ ਦੇ ਵਿੱਚ ਆ ਗਏ? ਹਾਂਜੀ ਜਿੱਦਾਂ ਫੈਮਿਲੀ ਚ ਮੇਰੀ ਮਦਰ ਦੀ ਕਾਫੀ ਮੇਰੇ ਨਾਲ ਅਟੈਚਮੈਂਟ ਸੀ ਤੇ ਇੱਥੇ ਉਹਨਾਂ ਦਾ ਚੂਲਾ ਟੁੱਟ ਗਿਆ ਸੀ ਜਿਹਦੇ ਕਰਕੇ ਮੈਨੂੰ ਇੱਥੇ ਆ ਕੇ ਰਹਿਣਾ ਪਿਆ। ਤੁਹਾਡੇ ਫੈਮਿਲੀ ਮਦਰ ਹੁਣੀ ਇੱਥੇ ਹੈਗੇ? ਹਾਂਜੀ ਠੀਕ ਆ। ਉਹ ਟੂਰਿਸਟ ਹੀ ਨਹੀਂ ਇੱਥੇ ਬ੍ਰਦਰ ਦੇ ਕੋਲ। ਆਹ ਠੀਕ ਆ ਜੀ। ਹਾਂਜੀ ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਣ ਦਾ ਤੁਹਾਡਾ ਸਬੱਬ ਕਿੱਦਾਂ ਬਣਿਆ? ਤੁਹਾਡੇ ਫੈਮਿਲੀ ਦੇ ਵਿੱਚੋਂ ਕੋਈ ਟਰੱਕਿੰਗ ਇੰਡਸਟਰੀ ਦੇ ਵਿੱਚ ਸੀਗਾ ਜਾਂ ਤੁਹਾਨੂੰ ਕਿਸੇ ਤੁਹਾਡੇ ਹੋਰ ਜਾਣਕਾਰ ਨੇ ਜਾਣਕਾਰੀ ਦਿੱਤੀ ਟਰੱਕਿੰਗ ਇੰਡਸਟਰੀ ਬਾਰੇ? ਐਕਚੁਅਲੀ ਮੇਰੇ ਬ੍ਰਦਰ ਜਿਹਦਾ ਕ੍ਰੇਜ਼ੀ ਹੈ ਟਰੱਕਿੰਗ ਦੇ ਵਿੱਚ ਹੈ ਨਾ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਬਹੁਤ ਪੁਸ਼ ਕੀਤਾ ਤੇ ਮੇਰਾ ਕੋਈ ਪਰਸਨਲੀ ਇੰਟਰਸਟ ਨਹੀਂ ਸੀਗਾ ਪਰ ਉਸ ਤੋਂ ਬਾਅਦ ਜਦੋਂ ਲਾਇਸੈਂਸ ਲੈ ਲਿਆ ਬ੍ਰਦਰ ਨਾਲ ਥੋੜਾ ਟਾਈਮ ਡਰਾਈਵ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ ਜਿੱਦਾਂ ਵੀ ਥੋੜਾ ਟਾਈਮ ਮਤਲਬ ਬ੍ਰੇਕ ਲੈ ਕੇ ਫਿਰ ਮੈਂ ਆਪਣੇ ਵੇਸ ਤੇ ਆਪ ਮੋਰੇ ਹੋ ਕੇ ਆਈ ਹਾਂ ਤੇ ਉਸ ਤੋਂ ਬਾਅਦ ਮੈਂ ਹਾਂ ਅੱਜ ਇਕੱਲੀ ਚਲਾਉਣੀ ਆ। ਠੀਕ ਆ। ਇਹ ਟਰੱਕਿੰਗ ਦਾ ਇੱਕ ਬੜਾ ਰਫ ਐਂਡ ਟਫ ਜੌਬ ਕਿਹਾ ਜਾਂਦਾ ਗੁਰਮੀਤ ਜੀ ਇਹਨੂੰ ਵੀ ਮੈਂ ਹੈਰਾਨ ਆ ਕਿ ਇੱਕ ਲੜਕੀ ਹੁੰਦਿਆਂ ਹੋਇਆਂ ਤੁਸੀਂ ਇਕੱਲੇ ਟਰੱਕ ਚਲਾ ਰਹੇ ਆ ਫਿਰ ਇਹਦੇ ਲਈ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਵੀ ਆਉਂਦੀਆਂ ਹੋਣਗੀਆਂ ਨੈਚੁਰਲੀ ਗੱਲ ਹੈਗੀ ਆ ਕਿਉਂਕਿ ਇੱਥੇ ਜਿਹੜੇ ਮੁੰਡੇ ਹੈਗੇ ਡਰਾਈਵਰ ਜਿਹੜੇ ਹੈਗੇ ਆ ਮੈਨ ਹੈਗੇ ਆ ਉਹ ਬਹੁਤ ਕੰਪਲੇਨਾਂ ਕਰਦੇ ਆ ਜੀ ਟਰੱਕਿੰਗ ਦੇ ਵਿੱਚ ਸਾਨੂੰ ਆਹ ਪ੍ਰੋਬਲਮ ਆਉਂਦੀ ਆ ਹੋਰ ਕਈ ਪ੍ਰੋਬਲਮ ਆ ਕੰਪਨੀ ਨਾਲ ਵੀ ਪ੍ਰੋਬਲਮ ਆ ਰੋਡ ਤੇ ਵੀ ਪ੍ਰੋਬਲਮ ਆ ਅਥਾਰਟੀਜ਼ ਨਾਲ ਪ੍ਰੋਬਲਮ ਆ ਬਹੁਤ ਜ਼ਿਆਦਾ ਲੰਮੀ ਸੀਰੀਜ਼ ਆ ਪ੍ਰੋਬਲਮਸ ਦੀ ਵੈਸੇ ਪਰ ਤੁਸੀਂ ਇੱਕ ਲੇਡੀਜ਼ ਹੋ ਕੇ ਇੱਕ ਪੰਜਾਬੀ ਕੁੜੀ ਹੋ ਕੇ ਉਹ ਵੀ ਇੱਕ ਬਾਹਰਲੇ ਮੁਲਕ ਤੋਂ ਜਿੱਦਾਂ ਕਹਿ ਲਓ ਵੀ ਆਪਾਂ ਇੰਡੀਆ ਇੱਕ ਦੂਸਰੇ ਮੁਲਕ ਤੋਂ ਆ ਕੇ ਇੱਥੇ ਇਹ ਰਫ ਐਂਡ ਟਫ ਜੌਬ ਜਿਹੜੀ ਕਰਨੀ ਆ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮਸ ਆ ਰਹੀਆਂ ਆ ਜਾਂ ਨੈਚੁਰਲ ਚੱਲ ਰਿਹਾ ਆ ਮਤਲਬ ਕਿ ਬਿਲਕੁਲ ਰੈਗੂਲਰ ਵੀ ਇਹੋ ਜਾਂ ਪ੍ਰੋਬਲਮਸ ਕੀ ਆ ਰਹੀਆਂ ਤੁਹਾਨੂੰ ਇਹਦੇ ਵਿੱਚ? ਮੈਨੂੰ ਤਾਂ ਇਹ ਲੱਗਦਾ ਜਿਵੇਂ ਕੈਨੇਡਾ ਵੀ ਲਾਈਕ ਪ੍ਰੋਬਲਮਸ ਨਾਲ ਫਾਈਟ ਕਰਨ ਲਈ ਅਸੀਂ ਇੱਥੇ ਆ ਗਏ ਹਾਂ ਹਨਾ ਸੋ ਜਿਹੜੀ ਟਰੱਕਿੰਗ ਲਾਈਨ ਆ ਬਹੁਤ ਵਧੀਆ ਲਾਈਨ ਆ ਇਹ 'ਚ ਪੈਸੇ ਵੀ ਹੈਗੇ ਆ ਪਰ ਸਾਡੇ ਵਰਗੇ ਜਿਹੜੇ ਨਵੇਂ ਨੇ ਉਹਨਾਂ ਨਾਲ ਵੀ ਜਾਨੀ ਕਿ ਅਬਿਊਜ਼ ਹੁੰਦਾ
LMI ਲੈਣ ਵੇਲੇ, ਇਨਕਮ ਵੇਲੇ, ਮਾਈਲਾਂ 'ਚ ਕੰਮ ਲੈਂਦੇ ਨੇ, ਘੰਟੇ 'ਚ ਕਨਵਰਟ ਕਰਕੇ ਲਾਈਕ ਉਹਨਾਂ ਨੂੰ ਤੁਸੀਂ ਮੁੜ ਕੇ ਪੇ ਦਿੰਦੇ ਆ। ਜਿਹੜੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਮੈਂ ਕਹਾਂ ਤੇ 3000 ਨਵੇਂ ਡਰਾਈਵਰ ਨੂੰ ਜਾਂ 3500 ਮਹੀਨੇ ਦੀ ਚੈੱਕ ਮਿਲਦੀ ਠੀਕ ਆ, ਉਹਦੇ ਉੱਤੇ ਵੀ ਆਪਾਂ ਆਉਨੇ ਇਸ ਗੱਲ ਦੇ ਉੱਤੇ। ਪਰ ਉਹ ਮੈਂ ਸ਼ੁਰੂਆਤ ਇੱਥੋਂ ਕਰਨੀ ਚਾਹਾਂਗਾ ਕਿ ਤੁਸੀਂ ਜਦੋਂ ਇੰਡੀਆ ਤੋਂ ਜਾਂ ਇਟਲੀ ਤੋਂ ਤੁਸੀਂ ਦੱਸਿਆ ਆਏ ਸੀਗੇ ਹਨਾ, ਤੇ ਤੁਹਾਨੂੰ ਪਹਿਲਾਂ ਕੋਈ ਟਰੱਕਿੰਗ ਦਾ ਐਕਸਪੀਰੀਅੰਸ ਸੀਗਾ ਜਾਂ ਬਿਲਕੁਲ ਨਹੀਂ ਸੀ ਐਕਸਪੀਰੀਅੰਸ ਟਰੱਕਿੰਗ ਦਾ, ਜਾਂ ਬਿਲਕੁਲ ਤੁਸੀਂ ਸਿੱਧੇ ਆ ਕੇ ਇੱਥੇ ਆਪਣੇ ਬ੍ਰਦਰ ਜਦੋਂ ਤੁਸੀਂ ਦੱਸਿਆ ਉਹਨਾਂ ਕੋਲ ਆਏ ਤੇ ਉਹਨਾਂ ਦੇ ਕਹੇ ਦੇ ਉੱਤੇ ਟਰੱਕਿੰਗ ਦੇ ਵਿੱਚ ਪੈ ਗਏ? ਪਿੱਛੇ ਇੰਡੀਆ ਜਾਂ ਇਟਲੀ 'ਚ ਕਦੀ ਟਰੱਕ ਚਲਾਇਆ ਸੀ ਤੁਸੀਂ? ਨਹੀਂ, ਮੈਂ ਟਰੱਕ ਤਾਂ ਨਹੀਂ, ਵੈਸੇ ਮੈਨੂੰ ਡਰਾਈਵਰੀ ਦਾ ਬਹੁਤ ਸ਼ੌਂਕ ਸੀਗਾ ਜੀ। ਤੇ ਮੇਰੇ ਬ੍ਰਦਰ ਨੇ ਮੇਰਾ ਇੰਟਰਸਟ ਦੇਖਿਆ ਵੀ ਇਹਨੂੰ ਜਿੱਦਾਂ ਵੀ ਘੁੰਮਣ ਫਿਰਨ ਦਾ ਸ਼ੌਂਕ ਆ ਜਾਂ ਵੀ ਲੌਂਗ ਹੌਲ ਤੇ ਜਾਣਾ ਲਾਈਕ ਕਰਦੀ ਆ, ਤੇ ਉਹਨੇ ਇੰਟਰਸਟ ਦੇ ਕੇ ਮੈਨੂੰ ਇੱਧਰ ਨੂੰ ਜਿੱਦਾਂ ਪੁਸ਼ ਕਰਤਾ। ਠੀਕ ਹੈ ਜੀ। ਜਦੋਂ ਪੁਸ਼ ਕੀਤਾ ਉਸ ਤੋਂ ਬਾਅਦ ਮੈਂ ਮਤਲਬ ਇੱਧਰ ਇਹੋ ਜਿਹੀ ਪਈ ਆ ਕਿ ਹੁਣ ਲਾਈਕ ਕੀਤੀ ਹੈ ਜੌਬ ਜਿੱਦਾਂ ਕਹਿ ਲੋਗੇ, ਤੇ ਹੁਣ ਮੈਨੂੰ ਲੱਗਦਾ ਕਿ ਟਰੱਕ ਤੋਂ ਇਲਾਵਾ ਮੇਰੇ ਤੋਂ ਹੋਰ ਕੋਈ ਕੰਮ ਹੋਣਾ ਨਹੀਂ। ਠੀਕ ਹੈ ਜੀ। ਇਹ ਜੂਏ ਵਾਂਗੂ ਆਵੇਂ ਜਿੱਦਾਂ ਜੂਏ ਦੀ ਲੱਤ ਲੱਗ ਜਾਂਦੀ ਉਦਾਂ ਜਿਹੜਾ ਟਰੱਕਿੰਗ 'ਚ ਚੱਲ ਜਾਂਦਾ ਆ ਉਹ ਟਰੱਕਿੰਗ ਦੇ ਵਿੱਚ ਹੀ ਰਹਿ ਜਾਂਦਾ ਆ। ਪੈਸ਼ਨ ਆ, ਮਤਲਬ ਕਿ ਤੁਹਾਡਾ ਹੁਣ ਟਰੱਕਿੰਗ ਪੈਸ਼ਨ ਇੱਕ ਤਰ੍ਹਾਂ ਦਾ ਸ਼ੌਂਕ ਬਣ ਗਿਆ ਆ ਜਿੱਦਾਂ। ਤੇ ਹੁਣ ਮੈਂ ਪੁੱਛਣਾ ਚਾਹੂੰਗਾ ਕਿ ਲਾਇਸੈਂਸ ਲੈ ਕੇ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਕਿਸੇ ਨਾਲ ਥੋੜਾ ਚਿਰ ਟਰੱਕ ਚਲਾਇਆ, ਐਕਸਪੀਰੀਅੰਸ ਲਿਆ, ਜਾਂ ਸਿੱਧਾ ਹੀ ਆਪ ਹੀ ਟੀਮ ਚੱਲੇ ਆ, ਜਾਂ ਇਕੱਲੇ ਹੀ ਪਹਿਲਾਂ ਸ਼ੁਰੂ ਹੋ ਗਏ ਆ? ਕਿੱਦਾਂ ਸ਼ੁਰੂਆਤ ਕੀਤੀ ਤੁਸੀਂ ਆਪਣੀ, ਜਾਂ ਬ੍ਰਦਰ ਨੇ ਤੁਹਾਡੀ ਹੈਲਪ ਕੀਤੀ ਇਸ ਚੀਜ਼ ਦੇ ਵਿੱਚ? ਕਿਉਂਕਿ ਇੱਥੇ ਮੈਂ ਸੁਣਿਆ ਹੈ ਵੀ ਟਰੱਕਿੰਗ ਕੰਪਨੀਆਂ ਜਿੰਨੇ ਵੀ ਸਕੂਲ ਵਗੈਰਾ ਹੈਗੇ ਆ ਉਹ ਲਾਇਸੈਂਸ ਤਾਂ ਦੇ ਦਿੰਦੇ ਆ, ਪਰ ਕਹਿੰਦੇ ਆ ਜੀ ਟਰੱਕ ਤੁਸੀਂ ਰੋਡ ਤੇ ਜਾ ਕੇ ਸਿੱਖਿਓ। ਵੀ ਉਹ ਇਹ ਚੀਜ਼ ਮੇਨ ਇੱਥੇ ਬਹੁਤ ਸਾਰੇ ਜਿੰਨੇ ਵੀ ਮੁੰਡੇ ਨਵੇਂ ਆਉਂਦੇ ਉਹ ਕਹਿੰਦੇ ਲਾਇਸੈਂਸ ਦਵਾਤਾ ਆ ਤੁਹਾਨੂੰ ਵੀ ਟਰੱਕ ਤੁਹਾਨੂੰ ਰੋਡ ਤੇ ਹੀ ਸਿੱਖਣਾ ਪੈਣਾ ਆ, ਕਿਉਂਕਿ ਟਰੱਕ ਇੱਥੇ ਇੱਕ ਤਰ੍ਹਾਂ ਦੀ 70 72 75 ਫੁੱਟ ਲੰਬੀ ਮਜ਼ਾਇਲ ਹੀ ਲੈ ਕੇ ਤੁਸੀਂ ਤੁਰੇ ਜਾਂਦੇ, ਰੁਕਣਾ ਤਾਂ ਹੈ ਨਹੀਂ, ਇਹ ਬਹੁਤ ਔਖਾ ਕੰਮ ਆ। ਤੁਸੀਂ ਫਿਰ ਐਕਸਪੀਰੀਅੰਸ ਕਿੱਥੋਂ ਲਿਆ ਇਹੋ, ਬ੍ਰਦਰ ਤੋਂ ਜਾਂ ਹੋਰ ਕਿਸੇ ਟੀਮ ਤੋਂ ਜਾ ਕੇ ਲਿਆ? ਬ੍ਰਦਰ ਨੇ ਪਹਿਲਾਂ ਮੇਰਾ ਲਾਇਸੈਂਸ ਕਰਵਾਇਆ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਨੇ ਮੇਰਾ ਟੀਮ 'ਚ ਰਨ ਕੀਤਾ, ਉਸ ਤੋਂ ਬਾਅਦ ਉਹ ਇੱਥੋਂ ਸਰੀ ਤੋਂ ਮੂਵ ਹੋ ਗਏ ਹੈ ਨਾ, ਠੀਕ ਹੈ ਜੀ। ਤੇ ਫਿਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ, ਫਿਰ ਮੈਂ ਮੇਰੀ ਕੰਪਨੀ ਦੇ ਜਿੰਨੇ ਵੀ ਮੁੰਡੇ ਆ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰੂੰਗੀ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਜੀ। ਠੀਕ ਹੈ। ਵੀ ਐਜ਼ ਏ ਕੁੜੀ ਇੱਕ ਹੋਣ ਦੇ ਨਾਲ ਉਹਨਾਂ ਨੇ ਮੈਨੂੰ ਹੌਸਲਾ ਬਹੁਤ ਦਿੱਤਾ, ਔਰ ਸਭ ਤੋਂ ਜ਼ਿਆਦਾ ਮੈਂ ਕਹੂੰਗੀ ਮੇਰੀ ਕੰਪਨੀ ਦੇ ਓਨਰ ਜਿਹਨੇ ਮੈਨੂੰ ਮੌਕਾ ਦਿੱਤਾ। ਠੀਕ ਹੈ। ਦੂਸਰਾ ਉਹ ਮੁੰਡਾ, ਉਹਦੀ ਫੈਮਿਲੀ ਜਿਨ੍ਹਾਂ ਨੇ ਮਤਲਬ ਪਰਮਿਸ਼ਨ ਦਿੱਤੀ ਆਪਣੇ ਮੁੰਡੇ ਨੂੰ ਕਿ ਜਾ ਕੇ ਇਸ ਕੁੜੀ ਦੀ ਹੈਲਪ ਕਰ। ਠੀਕ ਹੈ ਜੀ। ਤੀਸਰਾ ਉਹ ਬੰਦਾ ਜਿਹਨੇ ਮੈਨੂੰ ਇੱਥੇ ਲੋਕਲ ਟ੍ਰੇਨਿੰਗ ਦਿੱਤੀ, ਬੈਗ ਬੁੱਕ ਲਾਉਣੀ ਦੱਸੀ ਆ। ਠੀਕ ਹੈ, ਠੀਕ ਹੈ। ਤੇ ਹੁਣ ਆਪਾਂ ਆਉਂਦੇ ਆ ਪ੍ਰੋਬਲਮਸ ਦੇ ਵੱਲ। ਤੁਸੀਂ ਕਿਹਾ ਵੀ ਜੌਬ ਵਧੀਆ ਆ, ਤੁਸੀਂ ਲਾਈਕ ਵੀ ਕਰਦੇ ਆ, ਸ਼ੌਂਕ ਵੀ ਆ, ਪੈਸ਼ਨ ਵੀ ਆ ਜੀ, ਤੇ ਇਹਦੇ ਵਿੱਚ ਹੁਣ ਪ੍ਰੋਬਲਮਸ ਕੀ ਆ ਰਹੀਆਂ ਆ ਤੁਹਾਨੂੰ? ਮਤਲਬ ਕਿ ਤੁਹਾਨੂੰ ਕੰਪਨੀ ਪੇ ਨਹੀਂ ਕਰਦੀ ਹੈਗੀ, ਜਾਂ ਘੱਟ ਪੇ ਕਰਦੀ ਆ, ਜਾਂ ਮਤਲਬ ਕਿ ਜੋ ਤੁਹਾਡੇ ਨਾਲ ਕੋਈ ਕੰਟਰੈਕਟ ਹੋਇਆ ਆ ਕੰਪਨੀ ਦਾ ਵੀ ਉਹਦੇ ਉੱਤੇ ਉਹ ਪੂਰਾ ਨਹੀਂ ਉਤਰਦੇ, ਜਾਂ ਮਤਲਬ ਕਿ ਤੁਸੀਂ ਦੱਸੋ ਵੀ ਕੀ ਪ੍ਰੋਬਲਮਸ ਆ ਰਹੀਆਂ ਟਰੱਕਿੰਗ ਦੇ ਵਿੱਚ ਹੁਣ ਤੁਹਾਨੂੰ, ਵੀ ਜਿਹੜਾ ਤੁਸੀਂ ਆਪਣੀਆਂ ਸ਼ੇਅਰ ਕਰਨਾ ਚਾਹੁੰਦੇ ਆ ਲੋਕਾਂ ਦੇ ਨਾਲ ਜਾਂ ਇੰਡਸਟਰੀ ਦੇ ਹੋਰ ਜੁੜੇ ਹੋਏ ਲੋਕਾਂ ਦੇ ਨਾਲ? ਆਫ ਕੋਰਸ ਮੇਨ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਵਰਕ ਪਰਮਿਟ ਲੈਣਾ ਹੁੰਦਾ ਜੀ, ਤੇ ਇੱਥੇ ਦੀ ਗਵਰਨਮੈਂਟ ਨੂੰ ਵੀ ਪਤਾ ਆ, ਇੱਥੇ ਦੇ ਜਿਹੜੇ ਮਾਲਕ ਆ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜਾ ਇੱਕ ਬੰਦੇ ਦੀ ਇੱਕ LMI 40,000 50,000 ਰੇਟ ਆ। ਠੀਕ ਹੈ ਜੀ, ਜਿਸ ਬੰਦੇ को $1,000 ਨਹੀਂ ਜੇਬ ਚੋਂ 50,000 ਦੀ LMI ਕਿੱਥੋਂ ਲਊਗਾ? ਠੀਕ ਹੈ ਜੀ। ਉਸ ਤੋਂ ਚਲੋ LMI ਤਨਖਾਹ ਚੋਂ ਕੱਟ ਹੋਣ ਲੱਗ ਜਾਂਦੀ ਆ, ਲੈ ਲੈਂਦੇ ਆ ਕਿਸੇ ਵੀ ਫੀਲਡ 'ਚ ਹੋਵੇ। ਤੇ ਫਿਰ ਉਸ ਤੋਂ ਬਾਅਦ ਕੀ ਆ, ਜਿਹੜੇ ਟਰੱਕਿੰਗ ਲਾਈਨ ਦੇ ਵਿੱਚ ਮੈਂ ਜ਼ਿਆਦਾ ਗੱਲ ਟੌਪਿਕ ਕਰੂੰਗੀ ਹੈ ਨਾ, ਸਾਡੇ 11 ਘੰਟੇ ਅਮਰੀਕਾ ਚੱਲਦੇ ਆ, ਜਿਹਦੇ 'ਚੋਂ ਅਸੀਂ ਅੱਧੇ ਘੰਟੇ ਦੀ ਬ੍ਰੇਕ ਵੀ ਕੱਢਣੀ ਹੁੰਦੀ ਆ, ਤੇ ਅਸੀਂ ਉਹ ਪੂਰੀ ਬੁੱਕ ਕੰਪਲੀਟ ਕਰਨੀ ਹੁੰਦੀ ਆ। ਫੋਰ ਐਗਜ਼ਾਮਪਲ ਜੇ ਸਰੀ ਤੋਂ ਅਸੀਂ ਮਸੂਲੇ ਜਾਂਦੇ ਆ ਈਸਟ ਵੱਲ ਨੂੰ, ਮਸੂਲੇ ਸਾਡੀ ਬੁੱਕ ਮੁੱਕ ਜਾਂਦੀ ਆ। ਠੀਕ ਹੈ, ਈਸਟ ਸ਼ਿਕਾਗੋ ਵੱਲ ਨੂੰ ਜਦੋਂ ਜਾਂਦੇ ਆ। ਠੀਕ ਹੈ ਜੀ। ਤੇ ਮੈਂ ਸ਼ਿਕਾਗੋ ਨੂੰ ਚਲਾਇਆ ਟਰੱਕ ਕੱਲੀ ਨੇ, ਤੇ ਉੱਥੇ ਮੁੱਕ ਜਾਂਦੀ ਆ। ਫਿਰ ਕੀ ਕਰਦੇ, ਜਿਹੜੇ ਸਾਨੂੰ ਨਵੇਂ ਹੁੰਦੇ ਉਹਨਾਂ ਨੂੰ 20 ਸੈਂਟ ਪਰ ਮਾਈਲ ਦੇ ਦਿੱਤੇ ਜਾਂਦੇ ਆ। ਇਹ 20 ਸੈਂਟ ਕੱਲਿਆਂ ਨੂੰ ਜਾਂ ਟੀਮ ਨੂੰ? ਟੀਮ ਦੇ ਵਿੱਚ 20 ਸੈਂਟ, ਮਤਲਬ ਕਿ 40 ਸੈਂਟ ਟੀਮ ਨੂੰ ਪੇ ਕਰਦੇ ਹੈਗੇ ਆ। ਹਾਂਜੀ, ਜਿਹੜੇ ਮਤਲਬ ਕਿ ਸਿੰਗਲ ਚੱਲਦੇ, ਮੈਂ ਸਿੰਗਲ ਦੇ ਵਿੱਚ 40 ਸੈਂਟ ਵੀ ਲਏ ਆ, ਤੇ ਉਹਨਾਂ ਨੂੰ ਕੀ ਕਰਦੇ ਘੰਟਿਆਂ 'ਚ ਕਨਵਰਟ ਕਰ ਦਿੰਦੇ ਮੀਲਾਂ ਨੂੰ। ਅੱਛਾ ਜੀ। ਮੀਲਾਂ 'ਚ ਨਾ ਉਹ ਪੇ ਪਤਾ ਨਹੀਂ ਕੀ ਕੱਪੜੇ ਹੁੰਦੇ, ਕੀ ਆ, ਸਮਰੀਆਂ ਨਹੀਂ ਮਿਲਦੀਆਂ, ਚੈੱਕ ਦੇ ਕੇ ਰੂਹ ਇੰਨੀ ਕੁ ਜ਼ਿਆਦਾ ਤੰਗ ਹੋ ਜਾਂਦੀ ਹੈ ਕਿ ਖਰਚੇ ਕਿੱਥੋਂ ਕਰਨੇ ਆ। ਉਸ ਤੋਂ ਬਾਅਦ ਪੇਪਰਾਂ ਦਾ ਇਸ਼ੂ, 9 ਮਹੀਨੇ ਕੰਮ ਕਰ ਲਿਆ, ਫਾਈਲ ਲਾਉਣੀ ਆ, ਆਇਲਟਸ ਦਾ ਰਾੜਾ ਆ ਵਿੱਚ, ਉਹਦੇ ਵਿੱਚ ਪੁਆਇੰਟ ਨਹੀਂ ਪੂਰੇ ਹੁੰਦੇ। ਫੋਰ ਐਗਜ਼ਾਮਪਲ ਕਿ ਮੇਰੇ 5 ਬੈਂਡ ਆਏ ਆ 3 ਸਬਜੈਕਟਸ ਚੋਂ, ਇੱਕ 'ਚੋਂ ਅੱਧਾ ਬੈਂਡ ਘੱਟ ਗਿਆ, ਮੇਰੀ ਫਾਈਲ ਨਹੀਂ ਲੱਗਣੀ। ਉਹ ਠੀਕ ਹੈ ਜੀ, ਹੈ ਨਾ। ਤੇ ਫਿਰ ਉਹ ਜਿਹੜੀ ਇੱਕ ਆਪਣੇ ਇੰਡੀਆ ਵੀ ਹੁੰਦਾ ਕਿ 7 ਸਬਜੈਕਟ ਆ, ਇੱਕ ਐਕਸਟਰਾ ਹੁੰਦਾ, ਇੱਕ ਦੀ ਕੰਪਾਰਟਮੈਂਟ ਆਈ ਤੁਸੀਂ ਕਲੀਅਰ ਕਰਨੀ, ਪਰ ਆਇਲਟਸ ਦੇ ਵਿੱਚ ਕੰਪਾਰਟਮੈਂਟ ਵਾਲਾ ਕੰਮ ਹੀ ਹੈ ਨਹੀਂ। ਅੱਛਾ ਜੀ।
ਵੀ ਤੁਹਾਨੂੰ ਸਾਰਾ ਦੁਆਰਾ ਹੀ ਦੇਣਾ ਪੈਣਾ। ਠੀਕ ਆ, ਪੂਰਾ ਨਵੇਂ ਸਿਰੇ ਤੋਂ ਹੀ ਸਾਰਾ ਹੀ ਉਹ ਪਹਾੜਾ ਦੁਆਰਾ ਫਿਰ ਜਿੱਦਾਂ ਪੰਜਾਬੀ ਚ ਕਹਿੰਦੇ ਪੜ੍ਹਨਾ ਪੈਣਾ ਆ ਤੁਹਾਨੂੰ। ਹੁਣ ਇੱਥੇ ਜੇ ਆਪਾਂ ਕਲੋਨਾ ਤੱਕ ਜਾਣੀ 4-5 ਘੰਟੇ ਦੀ ਡਰਾਈਵ ਆ ਜੀ, ਆਮ ਬੰਦਾ 4-5 ਘੰਟੇ ਡਰਾਈਵ ਕਰਕੇ ਥੱਕ ਜਾਂਦਾ। ਅਸੀਂ 10-10 11-11 ਘੰਟੇ ਡਰਾਈਵ ਕਰਨਾ ਤੇ 24 ਘੰਟੇ ਸਾਨੂੰ ਜੀਣ ਲਈ ਥੋੜੇ ਪੈਂਦੇ ਸਿਰਫ 2.5 ਇੰਚ ਦੇ ਕਾਰਡ ਵਾਸਤੇ। ਠੀਕ ਆ, ਵਿਊਜ਼ ਚੱਲਦੇ ਵੱਖਰਾ, ਰੋਟੀ ਅਸੀਂ ਬਈ ਖਾਂਦੇ ਆ ਹੈ ਨਾ। ਠੀਕ ਖੇਤੀ ਜੇ ਹੁਣ ਖੇਤਾਂ ਵਾਲਿਆਂ ਦੀ ਵੀ ਗੱਲ ਕਰੀਏ, ਖੇਤਾਂ ਵਾਲੇ ਸਾਨੂੰ ਖਾਣ ਪੀਣ ਦਾ ਸਮਾਨ ਪੈਕ ਕਰਕੇ ਦਿੰਦੇ ਤਾਂ ਹੀ ਅਸੀਂ ਲੋਡ ਲੱਦਨੇ, ਤਾਂ ਹੀ ਬ੍ਰੋਕਰ ਰੱਜਦੇ, ਤਾਂ ਹੀ ਸਾਡੇ ਓਨਰ ਰੱਜਦੇ ਆ। ਜੀ ਵੀ ਗੱਲ ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਫਰੰਟ ਲਾਈਨ ਤੇ ਗਰਾਊਂਡ ਜ਼ੀਰੋ ਤੇ ਤੁਸੀਂ ਲੜਾਈ ਲੜ ਰਹੇ ਆ, ਤੁਹਾਡੇ ਕਮਾਏ ਹੋਏ ਪੈਸੇ ਕੋਈ ਹੋਰ ਤਾਂ ਇੰਜੋਏ ਕਰ ਰਿਹਾ ਆ, ਕੰਪਨੀ ਵਾਲੇ ਲਾ ਲਓ, ਬ੍ਰੋਕਰ ਲਾ ਲਓ ਜਾਂ ਹੋਰ ਡਿਸਪੈਚਰ ਲਾ ਲਓ, ਜੋ ਤੁਹਾਨੂੰ ਤੁਹਾਡਾ ਪੂਰਾ ਹੱਕ ਆ ਉਹ ਮਿਲ ਨਹੀਂ ਰਿਹਾ। ਨਹੀਂ ਜੀ, ਬਿਲਕੁਲ ਨਹੀਂ। ਠੀਕ ਆ, ਤੇ ਪਰ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਵੀ ਕਈ ਵਾਰ ਇਦਾਂ ਹੁੰਦਾ ਆ ਵੀ ਹਾਂ ਤੁਸੀਂ ਇਸ ਟਰੱਕਿੰਗ ਕੰਪਨੀ ਨਾਲ ਜੁੜੇ ਹੋਏ ਆ, ਤੁਹਾਡਾ ਸ਼ੌਂਕ ਆ, ਪੈਸ਼ਨ ਆ, ਤੁਸੀਂ ਕਦੀ ਇਹ ਸੋਚਿਆ ਵੀ ਇੰਨਾ ਵਿਊਜ਼ ਹੁੰਦਾ ਟਰੱਕਿੰਗ ਦੇ ਵਿੱਚ ਇੱਕ ਕੁੜੀ ਹੋਣ ਦੇ ਨਾਤੇ ਵੀ ਸਗੋਂ ਜ਼ਿਆਦਾ ਕਈ ਵਾਰ ਪ੍ਰੋਬਲਮਸ ਆਉਂਦੀਆਂ ਫੈਮਿਲੀ, ਤੇ ਤੁਸੀਂ ਸੋਚਿਆ ਕਦੀ ਵੀ ਇਹ ਲਾਈਨ ਛੱਡ ਕੇ ਕੋਈ ਹੋਰ ਲਾਈਨ ਮੈਂ ਜੁਆਇਨ ਕਰ ਲਵਾਂ, ਜਾਂ ਮਤਲਬ ਕਿ ਤੁਸੀਂ ਇਹਦੇ ਵਿੱਚ ਹੀ ਆਪਣਾ ਚਾਹੁੰਦੇ ਆ ਵੀ ਇਹਦੇ ਵਿੱਚ ਹੀ ਸੁਧਾਰ ਹੋਵੇ ਤੇ ਇਹਦੇ ਵਿੱਚ ਹੀ ਤੁਹਾਡੀ ਗੱਲ ਸੁਣੀ ਜਾਵੇ, ਵੀ ਟਰੱਕਿੰਗ ਲਾਈਨ ਦੇ ਵਿੱਚ ਹੀ ਕੁਛ ਇਦਾਂ ਦਾ ਹੋਵੇ ਵੀ ਜਿਹਦੇ ਕਰਕੇ ਜਿਹੜੇ ਹੋਰ ਤੁਹਾਡੇ ਵਰਗੇ, ਮੇਰਾ ਖਿਆਲ ਇਹ ਪ੍ਰੋਬਲਮਸ ਹੋਰ ਵੀ ਅੱਗੇ ਵੀ ਮੈਂ ਕਈਆਂ ਨਾਲ ਡਿਸਕਸ ਕੀਤੀ ਆ, ਇਹ ਬਹੁਤ ਵੱਡੀ ਲੰਬੀ ਪ੍ਰੋਬਲਮ ਆ ਇਹੋ, ਤੇ ਤੁਸੀਂ ਮਤਲਬ ਕਿ ਕਦੀ ਸੋਚਿਆ ਵੀ ਦੁਖੀ ਹੋ ਕੇ ਮੈਂ ਟਰੱਕ ਛੱਡ ਦੇਣਾ, ਮੈਂ ਹੋਰ ਕੁਝ ਕਰ ਲੈਣਾ ਆ? ਨਹੀਂ, ਮੈਂ ਨਹੀਂ ਇਦਾਂ ਸੋਚਿਆ। ਅੱਛਾ ਜੀ। ਮੇਰੀ ਕਹਿ ਲਓ ਆਦਤ ਕਹਿ ਲਓ ਜਾਂ ਕੁਛ ਕਹਿ ਲਓ ਕਿ ਜਿਸ ਚੀਜ਼ ਨੂੰ ਹੱਥ ਪਾਇਆ ਉਹਨੂੰ ਸਿਰੇ ਚਾੜਨਾ ਹੈ। ਜੀ ਬਿਲਕੁਲ। ਦੂਸਰੀ ਗੱਲ ਇਹ ਆ ਕਿ ਅਬਿਊਜ਼ ਹੈ ਨਾ, ਮੈਂ ਨਹੀਂ ਸਹਿੰਦੀ। ਠੀਕ, ਜੇ ਮੈਨੂੰ ਪ੍ਰੋਬਲਮ ਆਈ ਆ ਮੈਂ ਤੁਹਾਡੇ ਕੋਲ ਆ ਗਈ। ਠੀਕ ਹੈ ਜੀ। ਕੋਈ ਵੀ ਲਾਈਨ ਆ, ਚਾਹੇ ਉਹ ਟਰੱਕਿੰਗ ਹੈ ਕੋਈ ਵੀ ਆ, ਪਰ ਮੈਂ ਟਰੱਕ ਚਲਾਉਂਦੀ ਹਾਂ, ਮੈਂ ਜ਼ਿਆਦਾ ਟਰੱਕਿੰਗ ਦੀ ਹੀ ਗੱਲ ਕਰੂੰਗੀ। ਇਹਦੇ ਵਿੱਚ ਸੁਧਾਰ ਥੋੜਾ ਨਹੀਂ, 90-95-99% ਕਰਨਾ ਪੈਣਾ ਇਹਨਾਂ ਨੂੰ। ਜੀ ਐਜ਼ ਏ ਲੇਡੀ ਇਹ ਲੋੜ ਅਸੀਂ ਕੇਵਲ ਮੈਂ ਇੱਥੇ ਪੋਰਟ ਤੇ ਕੈਲੀਫੋਰਨੀਆ ਚੁੱਕਿਆ, ਉੱਥੇ ਨਾ ਕੋਈ ਵਾਸ਼ਰੂਮ, ਖੇਤਾਂ 'ਚ ਟਰੱਕ ਖੜਾ ਕੀਤਾ, ਉੱਥੇ ਵੇਟਿੰਗ ਸੀਗੀ 12-14 ਘੰਟੇ ਦੀ। ਅੱਛਾ ਜੀ। ਰਾਤ ਮੈਂ ਉੱਥੇ ਸਟੇ ਕੀਤੀ, ਸਾਰੇ ਬੰਦੇ ਸੀਗੇ। ਹੁਣ ਇੱਕ ਜਦ ਐਜ਼ ਏ ਲੇਡੀ ਮੈਂ ਟਰੱਕ ਡਰਾਈਵ ਕਰਦੀ ਆ, ਵਾਸ਼ਰੂਮ ਜਾਣਾ ਹੈ, ਕਿੰਨੀ ਤੰਗੀ ਆਉਂਦੀ। ਬਿਲਕੁਲ ਜੀ। ਇਹ ਓਨਰਸ ਨੂੰ ਵੀ ਦੇਖਣਾ ਚਾਹੀਦਾ ਵੀ ਉਹਨਾਂ ਨੇ ਉੱਥੋਂ ਲੋਡ ਚੱਕੇ ਹੁੰਦੇ ਵੀ ਅਸੀਂ ਕਿੱਥੇ ਭੇਜਣਾ, ਉਹਦਾ ਕੋਈ ਮਤਲਬ ਨਹੀਂ ਉਹਨਾਂ ਨੂੰ। ਸੈਕੰਡਲੀ ਸਾਨੂੰ ਰੈਸਟ ਏਰੀਏ ਕੈਨੇਡਾ ਜਾ ਕੇ ਜੋ ਟ੍ਰਾਇੰਗਲ ਅਸੀਂ ਲਾਉਂਦੇ ਆ, ਚਾਹੇ ਸਿੰਗਲ ਹੋ ਕੇ ਵੀ, ਸ਼ਿਕਾਗੋ ਆ ਜਾਂ ਕਿਤੇ ਅਸੀਂ ਕੈਲਗਰੀ ਵੱਲਦੇ ਹੋਣੇ, ਕੋਈ ਕੈਨੇਡਾ ਦੇ ਵਿੱਚ ਰੈਸਟ ਏਰੀਆ ਨਹੀਂ ਮਿਲਦਾ। ਜੀ ਨਹੀਂ, ਬਿਲਕੁਲ। ਹਾਂ, ਤੁਹਾਡੀ ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਇਹ ਗੱਲ ਨਾਲ ਮੈਂ ਸਹਿਮਤ ਹਾਂ। ਈਵਨ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਹਾਂ ਕਿ ਸਪੈਸ਼ਲੀ ਜਦੋਂ BC, ਅਲਬਰਟਾ, ਸਸਕੈਚੁਅਨ, ਮੈਨੀਟੋਬਾ, ਈਵਨ ਅੰਟਾਰੀਓ ਦੇ ਲਾਗੇ ਛਾਗੇ ਮੈਂ ਵੀ ਕੈਨੇਡਾ ਸਾਰਾ ਘੁੰਮਿਆ, ਅਮਰੀਕਾ ਘੁੰਮਿਆ, ਮੈਨੂੰ ਪਤਾ ਆ ਕਿ ਉਸ ਏਰੀਏ ਦੇ ਵਿੱਚ ਟੋਰਾਂਟੋ ਦੇ ਲਾਗੇ ਛਾਗੇ 300-400 ਕਿਲੋਮੀਟਰ ਏਰੀਏ 'ਚ ਤਾਂ ਕਾਫੀ ਵਧੀਆ ਸ਼ਾਇਦ ਰੈਸਟ ਏਰੀਏ ਹੈਗੇ ਆ ਜਾਂ ਅਮਰੀਕਾ 'ਚ, ਪਰ ਕੈਨੇਡਾ ਦੇ ਵਿੱਚ ਸਪੈਸ਼ਲੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ। ਇਹ ਇੱਕ ਲੇਡੀਜ਼ ਲਈ ਤਾਂ ਇੱਕ ਵੱਖਰੀ ਗੱਲ ਆ, ਜਿਹੜੇ ਮੁੰਡੇ ਆ ਉਹ ਵੀ ਇਸ ਗੱਲ ਦੀ ਕੰਪਲੇਨ ਕਰਦੇ ਆ, ਤੇ ਇਸ ਗੱਲ ਦਾ ਜਿਹੜਾ ਇਸ਼ੂ ਆ ਮੈਂ ਗਵਰਨਮੈਂਟ ਨੂੰ, ਜਿਹੜੀਆਂ ਲੋਕਲ ਗਵਰਨਮੈਂਟਸ ਆ, ਸਟੇਟ ਗਵਰਨਮੈਂਟਸ ਆ, ਉਹਨਾਂ ਦੇ ਮੋਹਰੇ ਵੀ ਇੱਕ ਬੇਨਤੀ ਆ ਕਿ ਰੈਸਟ ਏਰੀਏਜ਼ ਆ, ਇੱਕ ਜਿਹੜੀ ਟਰੱਕਿੰਗ ਆ ਕੋਈ ਲਾਈਫ ਲਾਈਨ ਆ ਇੱਕ ਇਸ ਮੁਲਕ ਦੀ, ਇਸ ਕੰਟਰੀ ਦੀ, ਇਹ ਅਸੈਂਸ਼ੀਅਲ ਵਰਕਰ ਦੇ ਵਿੱਚ ਆਉਂਦੇ ਆ, ਵੀ ਪਲੀਜ਼ ਇਸ ਦੇ ਬਾਰੇ 'ਚ ਕੁਛ ਨਾ ਕੁਛ ਜ਼ਰੂਰ ਕੀਤਾ ਜਾਵੇ, ਕਿਉਂਕਿ ਕਈ ਵਾਰ BC ਦੇ ਵਿੱਚ ਹੀ ਮੈਂ ਦੇਖਿਆ ਪ੍ਰੋਬਲਮ ਪੈ ਜਾਂਦੀ, ਰਸਤੇ ਬੰਦ ਹੋ ਜਾਂਦੇ ਆ ਜੀ, ਮਤਲਬ ਕਿ ਉੱਪਰੋਂ ਐਵਲੈਂਚ ਆ ਗਿਆ ਜਾਂ ਉਹਨਾਂ ਨੇ ਬੰਦ ਕਰ ਦਿੱਤੇ, ਸਿੰਗਲ ਰੋਡ ਹੈ ਮੇਨ ਜ਼ਿਆਦਾ। ਹਾਂਜੀ ਬਿਲਕੁਲ, ਮੈਂ ਸੁਣੀਆਂ ਗੱਲਾਂ ਕਿ ਉਹ ਕਾਫੀ ਉੱਥੇ, ਤੇ ਉਹ 10-10 12-12 14-14 ਘੰਟੇ ਵੀ ਖੜਨਾ ਪੈਂਦਾ ਆ, ਕਿਸੇ ਵੇਲੇ ਕੋਈ ਵਾਸ਼ਰੂਮਸ ਨਹੀਂ ਹੁੰਦਾ। ਮੁੰਡਿਆਂ ਲਈ ਤਾਂ ਇੱਕ ਵੱਖਰੀ ਗੱਲ ਆ, ਵੀ ਇੱਕ ਲੇਡੀਜ਼ ਲਈ ਤਾਂ ਇਹ ਤਾਂ ਬਹੁਤ ਹੀ ਵੱਡੀ ਪ੍ਰੋਬਲਮ ਹੋਊਗੀ, ਬਹੁਤ ਜ਼ਿਆਦਾ ਜਾਣੀ ਕਿ ਹੋ ਜਾਂਦਾ। ਉੱਤੇ ਚੀਜ਼ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਕੀ ਹੈ, ਜਿਹੜਾ ਬੰਦਾ ਵੈਜੀ ਆ, ਜਿਵੇਂ ਮੈਂ ਵੈਜੀਟੇਰੀਅਨ ਆ, ਸਾਨੂੰ ਫੂਡ ਦੀ ਵੀ ਬਹੁਤ ਪ੍ਰੋਬਲਮ ਆਉਂਦੀ ਆ, ਹੈ ਨਾ, ਵੀ 13 ਦਿਨ ਦਾ ਜਿਹੜਾ ਬੇਆ ਫੂਡ ਲੈ ਕੇ ਜਾਂਦੇ, ਕਿ ਵੇਲੇ ਦਾਲਾਂ ਵੀ ਖੱਟੀਆਂ ਹੋ ਜਾਂਦੀਆਂ, ਹੈ ਨਾ, ਤੇ ਉੱਥੇ ਚਾਰ ਨਾਲ ਰੋਟੀ ਖਾਈਦੀ ਆ। ਫੇਰ ਕਾਰਾਂ ਵਾਲੇ ਆ, ਸੁੱਖ ਨਾਲ ਇੰਨੇ ਕੁ ਵਧੀਆ ਆ, ਸਾਡੇ ਮੂਹਰੇ ਆ ਬ੍ਰੇਕਾਂ ਲਾਉਂਦੇ ਆ, ਹੈ ਨਾ, ਵੀ ਬਹੁਤ ਕੁਛ ਅਸੀਂ ਫੇਸ ਕਰਦੇ ਆ। ਪਰ ਜਿਹੜੀ ਅਪਾਇੰਟਮੈਂਟ 1 ਵਜੇ ਦੀ ਹੁੰਦੀ, ਸਾਨੂੰ 11 ਵਜੇ ਦੱਸੀ ਜਾਂਦੀ ਆ, ਕਿ ਇੰਨਾ ਕੁ ਮੈਂਟਲੀ ਪ੍ਰੈਸ਼ਰ ਹੁੰਦਾ ਆ ਪਿੱਛੋਂ, ਹੈ ਨਾ, ਕਿ ਅਸੀਂ ਲੋਡ ਡਿਸਪੈਚਰ ਵੱਲੋਂ ਤੁਹਾਨੂੰ ਗਲਤ ਟਾਈਮ ਦੇ ਦਿੱਤਾ ਜਾਂਦਾ ਆ ਵੀ ਅਪਾਇੰਟਮੈਂਟ ਲੇਟ ਨਾ ਸ਼ਾਇਦ ਹੋਵੇ, ਇਸ ਕਰਕੇ ਕਰਦੇ ਹੋਣਗੇ। ਕੀ ਰੀਜ਼ਨ ਕੀ ਹੁੰਦਾ ਵੀ ਉਹ ਕਿਉਂ ਕਰਦੇ ਆ? ਕਿ ਭਜਾਉਂਦੇ ਆ ਵੀ ਲਾਈਕ ਲੈ ਜਾਵੇ, ਫਿਰ ਦੂਜਾ ਲੋਡ ਚੱਕ ਲਈਏ, ਕਿ ਵੇਲੇ ਸਿਫਾਰਸ਼ੀ ਬੰਦੇ ਵਿੱਚ ਹੁੰਦੇ ਆ, ਉਹਨਾਂ ਨੂੰ ਮਤਲਬ ਇਹਦੇ ਪਾਰਸ਼ੈਲਿਟੀ ਬਹੁਤ ਹੈ। ਅਸੀਂ ਕਰਪਸ਼ਨ ਤੇ ਇੱਕ ਪਾਰਸ਼ੈਲਿਟੀ ਕਰਕੇ ਇੰਡੀਆ ਛੱਡ ਕੇ ਆਏ ਸੀ। ਬਿਲਕੁਲ ਸਹੀ ਗੱਲ ਹੈ ਜੀ।
ਇੱਥੇ ਆ ਕੇ ਮੈਂ ਕਰਪਸ਼ਨ ਸਭ ਤੋਂ ਵੱਧ ਦੇਖੀ ਆ। ਹਾਂ, ਇੱਥੇ ਤਾਂ ਕਰਪਸ਼ਨ ਦਾ ਥੋੜਾ ਰੂਪ ਚੇਂਜ ਹੋਇਆ ਆ ਸ਼ਾਇਦ। ਮੇਰੇ ਖਿਆਲ ਹੋ ਸਕਦਾ ਵੀ ਆਪਾਂ ਕਿਸੇ ਨੂੰ ਜੇਬ ਚੋਂ ਸਿੱਧੇ ਪੈਸੇ ਭਾਵੇਂ ਕੱਢ ਕੇ ਨਾ ਦਿੰਦੇ ਹੋਈਏ ਰਿਸ਼ਵਤ, ਪਰ ਇੱਥੇ ਰਿਸ਼ਵਤ ਦੇ ਸ਼ਾਇਦ ਮੈਨੂੰ ਲੱਗਦਾ ਚੱਲਦੇ ਡਿਫਰੈਂਟ ਤਰ੍ਹਾਂ ਦੀ ਚੱਲਦੀ ਆ, ਡਿਫਰੈਂਟ ਤਰ੍ਹਾਂ ਦੇ ਰੂਪ ਆ ਵੀ ਕਿਸੇ ਨੂੰ ਕਿਸੇ ਤਰੀਕੇ ਨਾਲ। ਉਹਨਾਂ 'ਚ ਪਾਣੀ ਪਏਗਾ। ਇੱਕ ਪੰਜਾਬੀ ਜਿਹੜਾ ਨਾ, ਇੱਕ ਮੈਨੂੰ ਮਾਣ ਹੁੰਦਾ ਸੀ ਵੀ ਮੈਂ ਪੰਜਾਬੀ ਆ ਜੀ, ਪਰ ਅੱਜ ਪੰਜਾਬੀ ਦੀ ਹੈਲਪ ਨਹੀਂ ਕਰਦਾ, ਪੰਜਾਬੀ ਨੂੰ ਮਾਰਨ ਤੇ ਤੁਰਿਆ ਹੈ। ਬਿਲਕੁਲ ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ। ਟਰਕਿੰਗ ਲਾਈਨ ਦੇ ਵਿੱਚ ਸੋ ਜਾਨੀ ਕਿ ਆਈਲੈਟਸ ਦਾ ਵੀ ਮੁੱਦਾ, ਹੁਣ ਅਸੀਂ ਬਾਰਡਰ ਕ੍ਰਾਸ ਕਰਦੇ ਆ ਜੀ, ਬੜੀ ਟੌਰ ਨਾਲ ਪਾਸ ਕਰੀਦਾ ਜੀ, ਕਦੀ ਇਸ਼ੂ ਨਹੀਂ ਹੁੰਦਾ। ਮੈਨੂੰ ਇੰਨਾ ਟਾਈਮ ਹੋ ਗਿਆ, ਮੈਂ ਕਦੀ ਇੱਕ ਸਿੰਗਲ ਟਿਕਟ ਵੀ ਕੰਪਨੀ ਨੂੰ ਲੈ ਕੇ ਨਹੀਂ ਦਿੱਤੀ। ਠੀਕ ਹੈ, ਕਿਸੇ ਵੀ ਚੀਜ਼ ਨੂੰ, ਹੈ ਨਾ ਜੀ, ਪੇਸ਼ੈਂਸ ਨਾਲ ਕੰਮ ਕਰੀਦਾ। ਪਰ ਮੁੰਡੇ ਬੜੇ ਚੰਗੇ ਆਪਣੇ ਟਰਕਿੰਗ ਲਾਈਨ ਦੇ, ਵੀ ਕੋਈ ਪ੍ਰੋਬਲਮ ਆਉਂਦੀ ਆ ਵੀ ਅੱਖਾਂ ਨੀਵੀਆਂ ਕਰਕੇ ਅਗਲੇ ਸਾਡੀ ਹੈਲਪ ਕਰਦੇ ਆ। ਬਿਲਕੁਲ ਜੀ ਜੀ, ਸਾਰੇ ਨਹੀਂ ਕਹਿੰਦੀ, ਪਰ 90% ਮੁੰਡੇ ਬਹੁਤ ਨਾਈਸ ਆ। ਠੀਕ ਹੈ, ਜਿਹੜੇ ਧੱਕੇ ਖਾਂਦੇ ਆ ਵਰਕ ਪਰਮਿਟ ਤੇ। ਬਿਲਕੁਲ, ਉਹਨਾਂ ਨੂੰ ਆਪ ਪਤਾ ਹੁੰਦਾ ਆ ਵੀ ਉਹ ਕਿਹੜੀ ਸਿਚੁਏਸ਼ਨ ਚੋਂ ਲੰਘ ਰਹੇ ਆ, ਜਾਂ ਹੋਰ ਮੈਂ ਹੋਰ ਵੀ ਕਈ ਇੱਥੇ ਕਪਲ ਵੀ ਦੇਖੇ ਹੈਗੇ ਆ, ਹਸਬੈਂਡ ਵਾਈਫ ਪੰਜਾਬੀ ਜਾਂ ਕੋਈ ਪਾਰਟਨਰ ਹੈਗੇ ਆ, ਉਹ ਵੀ ਟਰਕਿੰਗ ਕਰਦੇ ਹੈਗੇ ਆ। ਪਰ ਤੁਹਾਡੀ ਹਿੰਮਤ ਦੀ ਦਾਤ ਦੇਣੀ ਪੈਂਦੀ ਆ ਜੀ ਕਿ ਤੁਸੀਂ ਇਕੱਲੇ ਵੀ ਟਰੱਕ ਈਸਟ ਤੱਕ, ਏਡੇ ਤੱਕ, ਉੱਥੇ ਤੱਕ ਬੰਦਾ ਇਕੱਲਾ ਜਾਣ ਲੱਗਿਆ ਡਰਦਾ ਕਿਸੇ ਵੇਲੇ। ਮੈਨੂੰ ਪਤਾ ਸ਼ਿਕਾਗੋ ਦੇ ਐਲਏ ਦੇ ਏਰੀਏ, ਪਰ ਤੇ ਤੁਹਾਨੂੰ ਸਲੂਟ ਆ ਜੀ ਇਸ ਗੱਲ ਦੇ ਲਈ ਕਿ ਤੁਸੀਂ ਇਕੱਲੇ ਇੰਨੀ ਹਿੰਮਤ ਨਾਲ ਕਰ ਰਹੇ ਆ। ਤੇ ਬਾਕੀ ਆਪਾਂ ਦੁਬਾਰਾ ਉਸ ਮੁੱਦੇ ਤੇ ਆਈਏ ਕਿ ਜਿਹੜਾ ਹੁਣ ਮਾਈਲਸ ਦੀ ਗੱਲ ਤੁਸੀਂ ਕਰਦੇ ਆ ਵੀ ਕੰਪਨੀਆਂ ਤੁਹਾਨੂੰ ਪੂਰੇ ਮੀਲ ਨਹੀਂ ਪੇ ਕਰਦੀਆਂ ਹੈਗੀਆਂ, ਤੁਹਾਨੂੰ ਮਤਲਬ ਕਿ ਕਿੰਨਾ ਕੁ ਚਾਹੀਦਾ ਵੀ ਕਿੰਨਾ ਕੁ ਮੀਲ ਦਾ ਰੇਟ ਐਜ਼ ਸਿੰਗਲ ਨੂੰ ਜਾਂ ਟੀਮ ਵਾਲੇ ਨੂੰ ਚਾਹੀਦਾ ਵੀ ਜਿਹਨਾਂ ਤੁਸੀਂ ਸਰਵਾਈਵ ਕਰ ਸਕੋ? ਸੋਨੀ ਜੀ ਇਦਾਂ ਆ ਵੀ ਜੇ 60-65 ਰੇਟ ਚੱਲਦਾ ਪਿਆ, 60-65 ਮੀਲ ਦੇ ਚੱਲਦੇ ਪਏ ਸਿੰਗਲ ਡਰਾਈਵਰ, ਹਾਂਜੀ ਠੀਕ ਹੈ ਜੀ, ਹਾਂਜੀ। ਜੇ ਹੁਣ ਤੁਸੀਂ ਕਹਿੰਦੇ ਆ ਵੀ ਐਕਸਪੀਰੀਅੰਸ ਹੈ ਨਹੀਂ ਬੰਦੇ ਕੋਲ, ਕੁਛ ਵੀ ਆ ਜੀ, ਜੇ ਫੋਰ ਐਗਜ਼ਾਮਪਲ ਟੀਮ ਦੇ ਵਿੱਚ 60 ਸੈਂਟ ਦੇ ਰਹੇ ਆ ਤੁਸੀਂ ਜੀ, ਬੰਦੇ ਨੂੰ ਤੁਸੀਂ 30 ਸੈਂਟ ਨਹੀਂ ਦੇਣੇ ਤਾਂ 28 ਸੈਂਟ ਤਾਂ ਦਿਓ, 2 ਸੈਂਟ ਘੱਟ ਕਰ ਦਿਓ, ਹਨਾ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ 8 ਸੈਂਟ ਵੀ ਚੱਕਦੇ ਉੱਤੋਂ। ਹੁਣ 12% ਗਵਰਨਮੈਂਟ ਟੈਕਸ ਲਈ ਜਾਂਦੀ ਆ ਜੀ, ਬੇਸਮੈਂਟ ਸਿੰਗਲ ਲੈਣੀ ਹੋਵੇ ਤਾਂ $1100 ਦੀ ਆ। ਬਿਲਕੁਲ ਠੀਕ ਆ ਜੀ। ਗਰੋਸਰੀ ਵੀ ਚਾਹੀਦੀ ਆ ਜੀ ਜੀ, ਬੰਦੇ ਨੇ ਕੱਪੜਾ ਲੀੜਾ ਵੀ ਚਾਹੀਦਾ, ਗੱਡੀ ਰੱਖੀ ਆ, ਇੰਸ਼ੋਰੈਂਸ ਆ, ਤੇਲ ਆ ਜੀ ਜੀ। 2,5-3 ਹਜ਼ਾਰ ਤਾਂ ਮੇਰੇ ਖਿਆਲ ਖਰਚਾ ਹੀ ਹੋ ਜਾਂਦਾ। ਮੇਰੀ ਖੁਦ ਦੀ ਮੇਰੀ ਮੰਥਲੀ ਜਿਹੜੀ ਚੈੱਕ ਆਉਂਦੀ ਹੈ 3200 ਹੱਦ ਆ, 3500। ਨਾਲੇ ਇੱਥੇ ਤਾਂ ਕਹਿੰਦੇ ਟਰੱਕਾਂ 'ਚ ਪੈਸੇ ਬਹੁਤ ਬਣਦੇ ਆ ਜੀ, ਇਹ ਤੁਸੀਂ ਨਹੀਂ, ਉਹ ਤਾਂ ਫਿਰ ਓਨਰਾਂ ਨੂੰ ਬਣਦੇ ਆ, ਸਾਨੂੰ ਨਹੀਂ ਬਣਦੇ। ਠੀਕ ਆ ਜੀ। ਤੇ ਮੇਨ ਹੈਗਾ ਕਿ ਲਾਈਕ ਇੰਨਾ ਜ਼ਿਆਦਾ ਕਰਪਸ਼ਨ, ਇੰਨੀ ਹੇਰਾ ਫੇਰੀ। ਮੇਰੀਆਂ 7ਵੀਂ-8ਵੀਂ ਕੰਟਰੀ ਹੈ ਜੀ। ਅੱਛਾ ਜੀ, ਹਾਂਜੀ, 8ਵੀਂ ਮੇਰੀ ਅਮਰੀਕਾ ਨੇ ਆ। ਤੇ ਅਮਰੀਕਾ 'ਚ ਜਾ ਕੇ ਨਾ ਸਕੂਨ ਜਿਹਾ ਬਹੁਤ ਮਿਲਦਾ। ਇੱਕ ਤਾਂ ਰੋਡ ਬਹੁਤ ਚੌੜੇ ਆ, ਬਿਲਕੁਲ ਬਿਲਕੁਲ, ਰੈਸਟ ਏਰੀਆ ਪ੍ਰੋਪਰ ਆ, ਹਾਂਜੀ ਹਾਂਜੀ। ਤੇ ਉੱਥੇ ਜਿਹੜੇ ਅਮਰੀਕਾ ਦੇ ਡਰਾਈਵਰ ਆ ਉਹ ਵੀ ਬਹੁਤ ਹੈਲਪ ਕਰਦੇ ਆ। ਠੀਕ ਆ ਜੀ, ਵੀ ਜਿੱਦਾਂ ਉਹ ਐਂ ਲੱਗਦਾ ਜਿਵੇਂ ਉਹ ਪੇਕਾ ਘਰ ਹੈ ਤੇ ਸਹੁਰਾ ਘਰ ਹੈ। ਤੇ ਇਹਦਾ ਮਤਲਬ ਤੁਸੀਂ ਕੈਨੇਡੀਅਨਸ ਟਰੈਕਿੰਗ ਕੰਪਨੀਆਂ ਨਾਲ ਵੀ ਤੁਹਾਡੇ ਗਿਲੇ ਸ਼ਿਕਵੇ ਆ? ਕੈਨੇਡੀਅਨ ਜਿਹੜੀਆਂ ਅਥਾਰਟੀਜ਼ ਆ ਵੀ ਉਹ ਪ੍ਰੋਪਰ ਰੈਸਟ ਏਰੀਆ ਪ੍ਰੋਵਾਈਡ ਨਹੀਂ ਕਰਦੀਆਂ, ਉਹ ਮਤਲਬ ਕਿ ਸੜਕਾਂ ਵੀ ਇੱਥੇ ਮੇਰੇ ਖਿਆਲ ਭਈ ਜੇ ਆਪਣਾ ਇੱਕ ਵੱਡਾ ਮੇਨ ਹਾਈਵੇ ਇੱਕੋ ਹੀ ਆ, ਹਾਈਵੇ 1 ਜਿਹੜਾ ਕੈਨੇਡਾ ਤੋਂ ਆਲ ਓਵਰ ਟੋਰਾਂਟੋ ਤੱਕ ਜਾਂਦਾ ਆ, ਮੇਰੇ ਖਿਆਲ ਉਹ ਵੀ ਸ਼ਾਇਦ ਇੰਨਾ ਕੋਈ ਵਧੀਆ ਨਹੀਂ ਹੈਗਾ। ਲਾਗੇ ਸ਼ਹਿਰਾਂ ਦੀ ਤਾਂ ਨਹੀਂ ਤਾਂ ਵੀ ਜ਼ਿਆਦਾ ਸਿੰਗਲ ਰੋਡ ਜਾਂ ਕਾਫੀ ਪ੍ਰੋਬਲਮ ਆਉਂਦੀਆਂ ਹੋਈਆਂ ਹੈ ਨਾ ਸੋਨੀ ਜੀ। ਟਿਮ ਹੋਟਨ ਬੰਦ ਹੋ ਜਾਂਦੀ ਕਿਉਂਕਿ ਕੋਵਿਡ ਟਾਈਮ ਚੱਲਦਾ ਆ। ਠੀਕ ਆ ਜੀ। ਤੇ ਡਰਾਈਵਰ ਨੂੰ ਮੋਸਟਲੀ ਕਿਤੇ ਸ਼ਾਪ ਤੇ ਜਾਣਾ, ਵਾਸ਼ਰੂਮ ਓਪਨ ਨਹੀਂ ਕਰਦੇ। ਠੀਕ ਹੈ ਜੀ। ਜਦ ਕਿ ਡਰਾਈਵਰ ਸਾਰੀ ਦੁਨੀਆ ਦਾ ਹਰ ਫੈਸਿਲਿਟੀ ਡਰਾਈਵਰ ਹੀ ਪਹੁੰਚਾ ਰਿਹਾ। ਬਿਲਕੁਲ ਬਿਲਕੁਲ, ਹੈ ਨਾ। ਹਰੇਕ ਦੇ ਮੂੰਹ 'ਚ ਰੋਟੀ ਪਾ ਰਿਹਾ, ਉਹ ਭੁੱਖਾ ਜਾਂ ਨਹੀਂ ਭੁੱਖਾ ਕਿਸੇ ਨੂੰ ਕੋਈ ਮਤਲਬ ਨਹੀਂ। ਜੀ ਜੀ ਜੀ, ਬਿਲਕੁਲ। ਠੀਕ ਹੈ। ਦੂਸਰੀ ਗੱਲ ਇਹ ਆ ਜਾਂਦੀ ਹੈ, ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਮੈਂ ਰੋਡ ਤੇ ਗਈ ਹਾਂ, ਮੇਰਾ ਐਕਸੀਡੈਂਟ ਹੋ ਗਿਆ, ਮੇਰੀ ਡੈਥ ਹੋ ਗਈ, ਮੇਰੀ ਫੈਮਿਲੀ ਮੇਰੇ ਤੇ ਡਿਪੈਂਡ ਆ ਜੀ। ਕੰਪਨੀਆਂ ਮੇਰੀ ਫੈਮਿਲੀ ਨੂੰ ਕੀ ਦਿੰਦੀਆਂ ਜੀ, ਉਹਦੀ ਪਿੱਛੇ ਫੈਮਿਲੀ ਕਿੱਦਾਂ ਰਹੂਗੀ? ਪਿੱਛੋਂ ਕਰਦੇ ਚੱਕ ਆਏ ਹੋਏ ਆ ਜਿਹੜੇ ਮੁੰਡੇ, ਉਹਨਾਂ ਦੀ ਉਹ ਕਿੱਥੇ ਜਾਵੇ ਪਰਿਵਾਰ? ਨਹੀਂ, ਇਹ ਜਿਹੜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਵੈਸੇ ਮੈਂ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇਹ ਬਹੁਤ ਵਾਰ ਹੈਪਨ ਹੋਏ ਆ ਕਿ ਪਿੱਛੇ ਜੇ ਵੀ ਹੁਣ ਫਲੱਡ ਆਏ ਹੋਏ ਆ ਤੇ ਸਾਡੇ BC ਦੇ ਵਿੱਚ, ਤੇ ਉਹ ਹਾਈਵੇ 3 ਥਾਣੀ ਉਧਰ ਦੀ ਜਾ ਰਹੇ ਆ ਕਾਫੀ ਮੁੰਡੇ। ਹਾਂਜੀ, ਹੈਪਨ ਹੋਇਆ, 2-3 ਮੁੰਡੇ ਸਾਡੇ ਉਹ 'ਚ ਮਰੇ ਵੀ ਆ, ਅੱਗ ਲੱਗੀ ਟਰੱਕਾਂ ਨੂੰ। ਤੱਕ ਨਹੀਂ ਕਰਾਉਂਦੇ, ਇੱਕ ਖੰਡ ਪਾਠੀ ਕਰਾ ਦੀ, ਉਹ ਤੱਕ ਨਹੀਂ ਕਰਾਉਂਦੀਆਂ ਕੰਪਨੀਆਂ। ਇਹ ਪਤਾ ਨਹੀਂ, ਮੈਂ ਆਪਣੇ ਸਾਰੇ ਟਰੱਕਿੰਗ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਇਹ ਵੀ ਕਿਸੇ ਮਾਵਾਂ ਦੇ ਪੋਤੇ ਆ, ਇਹ ਵੀ ਪਰਿਵਾਰ ਆ, ਕਿਸੇ ਦੀਆਂ ਧੀਆਂ ਆ, ਇਹ ਵੀ ਪਲੀਜ਼ ਤੁਸੀਂ ਘੱਟੋ ਘੱਟ ਗੌਰਮੈਂਟ ਤਾਂ ਇੱਥੇ ਪਤਾ ਆ ਵੀ ਇੰਸ਼ੋਰੈਂਸ 'ਚ ਹੈਲਪ ਨਹੀਂ ਕਰਦੀ, ਉਹ ਕਹਿ ਦਿੰਦੇ ਵੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ ਤੁਸੀਂ, ਇਹ ਤੁਹਾਡੀ ਰਿਸਪੌਂਸਿਬਿਲਿਟੀ। ਇੰਡੀਆ ਵਾਂਗੂ ਇੱਥੇ ਐਕਸੀਡੈਂਟ ਹੋ ਗਿਆ, ਕਿਸੇ ਨੇ ਕੋਈ ਹੈਲਪ ਨਹੀਂ ਕਰਨੀ, ਇਹ ਆਪਣੀ ਇੰਸ਼ੋਰੈਂਸ ਆਪ ਕਰਵਾਉਣੀ ਪੈਂਦੀ ਆ। ਜਾਂ ਤੁਸੀਂ ਜਿਹੜੀ ਟਰੱਕਿੰਗ ਕੰਪਨੀ ਦੇ ਨਾਲ ਤੁਸੀਂ ਚੱਲੇ ਹੈਗੇ ਆ, ਤੁਸੀਂ ਮਤਲਬ ਕਿ ਆਲ ਓਵਰ ਕੈਨੇਡਾ ਅਮਰੀਕਾ, ਉਹਨਾਂ ਨਾਲ ਪਲੀਜ਼ ਤੁਸੀਂ ਮੇਕ ਸ਼ੋਰ ਪਹਿਲਾਂ ਕਰੋ
ਕਿ ਤੁਹਾਡੀ ਇੰਸ਼ੋਰੈਂਸ ਕਵਰ ਆ। ਜੇ ਤੁਹਾਨੂੰ ਕੋਈ ਸੱਟ ਚੋਟ ਲੱਗ ਜਾਂਦੀ ਆ, ਕ੍ਰਿਟੀਕਲ ਇੰਸ਼ੋਰੈਂਸ ਜਾਂ ਹੋਰ ਕੋਈ ਹੈਗੀ ਆ ਵੀ ਜੇ ਤੁਹਾਨੂੰ ਘਰੇ 6 ਮਹੀਨੇ ਬਹਿਣਾ ਪੈਂਦਾ ਆ ਤਾਂ ਤੁਹਾਡੀ ਰੋਜੀ ਰੋਟੀ ਚੱਲ ਸਕਦੀ ਆ। ਕਿਤੇ ਇਹ ਨਾ ਹੋਵੇ ਤੁਸੀਂ ਅਗਲੇ ਦਾ, ਤੁਸੀਂ ਜ਼ਰੂਰ ਆਪਣੇ ਲਈ ਵੀ ਰੋਜੀ ਰੋਟੀ ਕਮਾ ਰਹੇ ਆ, ਪਰ ਜਿਹੜੀ ਟਰੱਕਿੰਗ ਕੰਪਨੀ ਦੇ ਲਈ ਕੰਮ ਕਰ ਰਹੇ ਆ ਵੀ ਉਹਨਾਂ ਨੇ ਤੁਹਾਡੀ ਪੂਰੀ ਇੰਸ਼ੋਰੈਂਸ ਕਵਰ ਕੀਤੀ ਆ, ਕ੍ਰਿਟੀਕਲ ਤੁਹਾਡੀ ਇੰਸ਼ੋਰੈਂਸ ਕਵਰ ਕੀਤੀ ਆ। ਜੇ ਰੱਬ ਨਾ ਕਰੇ ਕਿਤੇ ਕੋਈ ਭਾਣਾ ਵਰਤ ਜਾਵੇ ਤਾਂ ਇੰਨੇ ਕੁ ਜੋਗੇ ਤੁਸੀਂ ਹੈਗੇ ਆ ਵੀ ਕਿਤੇ ਰੋਜੀ ਰੋਟੀ ਆਪਣੀ, ਕਿਤੇ 6 ਮਹੀਨੇ ਬਹਿ ਕੇ ਘਰੇ ਬਹਿਣਾ ਪੈ ਗਿਆ ਤਾਂ ਤੁਹਾਡੀ ਰੋਜੀ ਰੋਟੀ ਚੱਲਦੀ ਰਹੇ, ਜਾਂ ਕੋਈ ਨੁਕਸਾਨ ਹੋ ਗਿਆ ਜ਼ਿੰਦਗੀ ਦਾ ਤੇ ਉਹਦੇ ਵਿੱਚ ਤੁਹਾਡੀ ਇੰਸ਼ੋਰੈਂਸ ਕਵਰ ਹੈਗੀ ਆ। ਤੇ ਇਹ ਮੈਂ ਜ਼ਰੂਰ ਬੇਨਤੀ ਆਪਣੇ ਵੱਲੋਂ ਕਰਨੀ ਚਾਹਾਂਗਾ ਕਿ ਟਰੱਕਿੰਗ ਕੰਪਨੀਆਂ ਇਸ ਚੀਜ਼ ਦੇ ਬਾਰੇ ਵੀ ਗੌਰ ਕਰਨ ਜ਼ਰੂਰ। ਤੇ ਹੁਣ ਗੁਰਮੀਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜੀ ਟਰੱਕਿੰਗ ਕੰਪਨੀ ਨਾਲ ਤੁਸੀਂ, ਭਈ ਇਹ ਮੈਂ ਨਾਂ ਨਹੀਂ ਪੁੱਛਣਾ ਚਾਹੁੰਦਾ ਕਿਹੜੀ ਟਰੱਕਿੰਗ ਕੰਪਨੀ ਨਾਲ ਕੰਮ ਕਰਦੇ ਆ ਜੀ, ਤੁਸੀਂ ਉਹਨਾਂ ਨੇ ਕੋਈ ਤੁਹਾਡੀ ਲਾਈਫ ਇੰਸ਼ੋਰੈਂਸ ਜਾਂ ਕੁਛ ਇੱਦਾਂ ਦੀ ਚੀਜ਼ ਕਵਰ ਕੀਤੀ ਹੈਗੀ ਆ ਵੀ ਰੱਬ ਨਾ ਕਰੇ, ਵੈਸੇ ਤਾਂ ਸਲਾਮਤ ਰੱਖੇ ਪ੍ਰਮਾਤਮਾ ਸਾਰਿਆਂ ਨੂੰ, ਵੀ ਕੋਈ ਹੈਗੀ ਆ ਇੰਸ਼ੋਰੈਂਸ ਵਗੈਰਾ ਜਾਂ ਨਹੀਂ ਕੋਈ ਵੀ ਇੱਦਾਂ ਦਾ ਤੁਹਾਨੂੰ ਕੁਝ ਪਤਾ ਹੈ? ਇਹਨਾਂ ਨੇ, ਮੇਰੀ ਕੰਪਨੀ ਨੇ RBC ਰਾਹੀਂ ਇੱਕ ਸਾਨੂੰ ਕਾਰਡ ਮਿਲਦਾ ਜਿੱਥੋਂ ਆਪਾਂ ਦਵਾਈਆਂ ਫ੍ਰੀ ਲੈਂਦੇ ਆ, ਜਾਂ ਇੰਸ਼ੋਰੈਂਸ ਹੁੰਦੀ ਆ ਨਾ ਵੀ ਆਈਜ਼ ਦਾ ਆ ਇੰਨਾ % ਹੈ ਨਾ। ਉਹ ਜਦੋਂ ਮੇਰੇ ਪਿੱਛੇ ਕਾਰ ਨਾਲ ਐਕਸੀਡੈਂਟ ਹੋ ਗਿਆ, ਅੱਛਾ ਜੀ, ਜਦੋਂ ਮੈਂ ਕੰਪਨੀ ਨੂੰ ਕਿਹਾ ਵੀ ਮੈਂ ਲੋਡ ਨਹੀਂ ਚੱਕ ਸਕਦੀ ਕੱਲ ਨੂੰ, ਮੇਰਾ ਭਾਜੀ ਐਕਸੀਡੈਂਟ ਹੋ ਗਿਆ, ਰਾਈਟ ਵੇ ਕੱਟ ਕਰਤੀ, ਬੰਦ ਕਰਾਤੀ। ਜਦੋਂ ਲੋੜ ਪਈ ਤਾਂ ਉਦੋਂ ਕੱਟ ਕਰ ਦਿੱਤੀ, ਬੰਦ ਕਰਤੀ। ਮੈਨੂੰ ਨਹੀਂ ਪਤਾ, ਮੈਂ ਰੀਜ਼ਨ ਪੁੱਛਿਆ ਜੀ, ਕਹਿੰਦੇ ਜੀ ਹੋਗਾ ਇਸ਼ੂ, ਆਈ ਡੋਂਟ ਨੋ, ਮੈਨੂੰ ਐਕਸਪਲੇਨ ਨਹੀਂ ਕੀਤਾ ਗਿਆ, ਹੈ ਨਾ। ਠੀਕ ਹੈ। ਤੇ ਸਾਡੇ ਨਾਲ ਇਦਾਂ ਕਿਉਂ ਹੁੰਦੀ ਹੈ? ਕਿਉਂਕਿ ਹੁਣ ਦੇਖੋ ਕਈ ਮੁੰਡੇ ਵਿਚਾਰੇ ਮਰ ਗਏ ਐਕਸੀਡੈਂਟ, ਬਿਲਕੁਲ, ਉਹਦੇ ਵਿੱਚ ਜ਼ਿਆਦਾ ਵਰਕ ਪਰਮਿਟ ਵਾਲੇ ਆ, ਉਹਨਾਂ ਨੂੰ PR ਨਹੀਂ ਮਿਲੀ, ਸਟਰਗਲ ਕਰਦੇ ਮਰ ਗਏ। ਇੱਕ ਬੰਦੇ ਦਾ ਬਣਾਇਆ 2.5 ਇੰਚ ਦਾ ਕਾਰਡ ਅੱਜ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ, ਇੱਕ ਬੰਦੇ ਦੀ ਵੈਲਿਊ 0 ਹੋ ਗਈ ਆ। ਜੀ, PR ਕਾਰਡ ਦੇ ਲਈ ਉਹ ਸਾਰਾ ਕੁਝ ਕਰਦੇ, ਮਜਬੂਰੀਆਂ 'ਚ ਵੀ ਕਰਨੇ ਪੈਂਦੇ ਕਈਆਂ ਨੂੰ ਕੰਮ। ਤੇ ਮਤਲਬ ਕਿ ਇਹ ਗੱਲ ਹੈਗੀ ਆ ਵੀ PR ਕਾਰਡ ਦੇ ਲਈ ਜਿਨ੍ਹਾਂ ਤਾਂ ਲੋਕਾਂ ਨੂੰ ਇੰਡੀਆ ਤੋਂ ਜਾਂ ਹੋਰਾਂ ਮੁਲਕਾਂ ਤੋਂ ਕਹਿ ਲਓ ਵੀ ਥਾਲੀ 'ਚ ਪੈ ਕੇ ਮਿਲ ਗਿਆ, ਉਹਨਾਂ ਤੋਂ ਇਸ ਚੀਜ਼ ਦੀ ਵੈਲਿਊ ਨਹੀਂ ਹੈਗੀ। ਹੁਣ ਜਿੱਦਾਂ ਤੁਸੀਂ ਪਿਛਲੇ ਕਈਆਂ ਸਾਲਾਂ ਤੋਂ PR ਕਾਰਡ ਦੀ ਖਾਤਰ ਇੰਨਾ ਸਟਰਗਲ ਕਰ ਰਹੇ ਆ, ਇੰਨਾ ਸਾਰਾ ਕੁਝ ਸਹੀ ਕਰ ਰਹੇ ਆ, ਟੈਕਸ ਵੀ ਪੇ ਕਰ ਰਹੇ ਆ, ਕਾਨੂੰਨ ਦਾ ਪੂਰਾ ਪਾਲਣ ਕਰ ਰਹੇ ਆ, ਕੋਈ ਮਤਲਬ ਕਿ ਤੁਹਾਡੇ ਤੇ ਹੋਰ ਕੋਈ ਕੇਸ, ਕ੍ਰਿਮੀਨਲ ਚਾਰਜ ਕੁਝ ਵੀ ਨਹੀਂ ਹੈਗਾ, ਪਰ ਫਿਰ ਵੀ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਕਰਕੇ PR ਕਾਰਡ ਨਹੀਂ ਦਿੱਤਾ ਜਾ ਰਿਹਾ, ਜਾਂ ਮਤਲਬ ਕਿ ਤੁਹਾਨੂੰ, ਤੁਸੀਂ ਉਸ ਲੈਵਲ ਤੇ ਤੁਸੀਂ ਉਹ ਕੁਆਲੀਫਾਈ ਜਿੱਦਾਂ ਕਹਿ ਲਓ ਵੀ ਕਰਨ ਯੋਗ ਨਹੀਂਗੇ, ਤੇ ਹਾਂਜੀ, ਉਹ ਕੀ ਰੀਜ਼ਨ ਕੀ ਆ, ਉਹ ਦੱਸਣਾ ਚਾਹੋਗੇ ਸਾਡੇ ਸਰੋਤਿਆਂ ਨੂੰ? ਮੇਨ ਇੱਥੇ ਦੀ ਜਿਹੜੀ ਗਵਰਨਮੈਂਟ ਆ, ਮੈਨੂੰ ਲੱਗਦਾ ਵੀ ਆਈਲੈਟਸ ਵਾਲਿਆਂ ਨਾਲ ਇਹਨਾਂ ਨੇ ਠੇਕਾ ਕੀਤਾ ਹੋਇਆ ਵੀ ਅੱਧੇ ਬੈਂਡ ਕਰਕੇ ਬੰਦੇ ਨੂੰ ਰੱਖੀ ਜਾਣਾ। ਠੀਕ ਹੈ ਜੀ, ਹੈ ਨਾ, ਵੀ ਇੱਕ ਜਿਹੜੇ ਅੱਜ 50% ਇੱਥੇ ਦੇ ਸਿਟੀਜ਼ਨ ਕੱਢੇ ਜਾਣੇ ਨਾ, ਉਹਨਾਂ ਨੂੰ ABC ਵੀ ਨਹੀਂ ਆਉਂਦੀ ਹੋਣੀ। ਠੀਕ ਹੈ, ਜਿਹੜੇ ਪਹਿਲੇ ਇੱਥੇ ਪੱਕੇ ਹੋਏ ਆ, ਹੈ ਨਾ। ਅਸੀਂ ਤਾਂ ਫੇਰ ਕੋਸ਼ਿਸ਼ ਕਰਦੇ ਪਏ ਆ, ਅਸੀਂ ਇੱਥੇ ਦੀ ਗਵਰਨਮੈਂਟ ਲਈ, ਐਸੀ ਕੰਟਰੀ ਲਈ ਕੰਮ ਕਰ ਰਹੇ ਆ। ਬਿਲਕੁਲ, ਸਾਡੀ ਮਜਬੂਰੀ ਕਿ ਸਾਡੀ ਕੰਟਰੀ 'ਚ ਪੈਸਾ ਇੰਨਾ ਜ਼ਿਆਦਾ ਹੈ ਨਹੀਂਗਾ, ਉੱਥੇ ਸਹੂਲਤਾਂ ਹੈ ਨਹੀਂ, ਸਿਰਫ ਸਹੂਲਤ ਤੇ ਥੋੜੇ ਜਿਹੇ ਪੈਸੇ ਕਰਕੇ ਅਸੀਂ ਚੰਗੀ ਜ਼ਿੰਦਗੀ ਲਈ ਇੱਥੇ ਵਧੀਆ। ਹਾਂਜੀ, ਜੇ ਹੁਣ ਗਵਰਨਮੈਂਟ ਉਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਰਹੀ ਤੇ ਅਸੀਂ ਤਾਂ PR ਲਈ ਸਟਰਗਲ ਕਰਦੇ ਕਰਦੇ ਰੋਡ ਤੇ ਮਰ ਜਾਣਾ। ਫੌਜੀ ਨੂੰ ਫੇਰ ਵੀ ਸ਼ਹੀਦੀ ਦਿੱਤੀ ਜਾਂਦੀ ਸਾਲ 2 ਸਾਲਾਂ ਬਾਅਦ, ਸਾਨੂੰ ਤਾਂ ਉਹ ਵੀ ਨਹੀਂ ਮਿਲਦੀ। ਨਹੀਂ, ਇਹ ਗੱਲ ਵੈਸੇ ਤੁਹਾਡੀ ਬਿਲਕੁਲ ਸਹੀ ਆ, ਤੇ ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਇਹ ਪਿਛਲੇ ਤਕਰੀਬਨ 4 ਸਾਲ ਤੋਂ ਤੁਸੀਂ ਟਰੱਕ ਚਲਾ ਰਹੇ ਆ, ਆਲ ਓਵਰ 3 ਸਾਲ ਤੋਂ, ਜਿੱਦਾਂ ਅਮਰੀਕਾ, ਕੈਨੇਡਾ। ਠੀਕ ਹੈ ਜੀ, ਤੇ ਮੈਂ ਇਹੋ ਹੀ ਬੇਨਤੀ ਕਰਨਾ ਚਾਹਾਂਗਾ ਕਿ ਇਹ ਪਿਛਲੇ 3 ਸਾਲ ਤੋਂ ਜਿੱਦਾਂ ਰੈਗੂਲਰ ਟਰੱਕਿੰਗ ਦਾ ਕਰ ਰਹੇ ਆ, ਅਮਰੀਕਾ ਜਾ ਰਹੇ, ਕੈਨੇਡਾ ਜਾ ਰਹੇ ਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਗਈ, ਟੈਕਸ ਪੇ ਕਰ ਰਹੇ ਆ, ਸਾਰੇ ਰੂਲਸ ਫੋਲੋ ਕਰ ਰਹੇ ਆ। ਇਹਦਾ ਮਤਲਬ ਵੀ ਜਿਹੜਾ ਇਹ ਕੰਮ ਕਰ ਰਹੇ ਆ, ਆਪਣੇ ਕੰਮ ਦੇ ਵਿੱਚ ਪੂਰੇ ਮਾਹਰ ਆ। ਇਹੋ ਬਾਰਡਰ ਵੀ ਕ੍ਰਾਸ ਕਰਦੇ ਆ, ਇੰਗਲਿਸ਼ ਦੀ ਜਿੰਨੀ ਕੁ ਲੋੜ ਪੈਂਦੀ ਉੱਥੇ ਵੀ ਆ, ਕਸਟਮਰ ਦੇ ਡਿਲੀਵਰੀ ਕਰਨੀ, ਪਿਕਅਪ ਕਰਨੀ, ਰੋਡ ਦੇ ਉੱਤੇ ਕੋਈ ਪ੍ਰੋਬਲਮ ਹਜ਼ਾਰਾਂ ਆ ਜਾਂਦੀਆਂ ਆ, ਉਹ ਵੀ ਸਾਰਾ ਕੁਝ ਕਰ ਰਹੇ ਆ। ਇਹਦਾ ਮਤਲਬ ਜਿੰਨੀ ਕੁ ਲੋੜ ਹੈਗੀ ਆ ਇਹਨਾਂ ਨੂੰ ਇੰਗਲਿਸ਼ ਦੀ, ਉਨੀ ਕੁ ਇਹਨਾਂ ਨੂੰ ਪ੍ਰੋਪਰ ਆਉਂਦੀ ਆ, ਕਿਉਂਕਿ 3 ਸਾਲ ਬਹੁਤ ਲੰਮਾ ਟਾਈਮ ਹੁੰਦਾ ਆ ਟਰੱਕ ਚਲਾਉਣਾ, ਉਹ ਵੀ ਆਲ ਓਵਰ ਕੈਨੇਡਾ, ਅਮਰੀਕਾ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਗੌਰਮੈਂਟ ਅੱਗੇ ਵੀ ਕਈ ਵਾਰ ਆਪਣੇ, ਮੈਂ ਹੋਰ ਮੁੰਡਿਆਂ ਨਾਲ ਵੀ ਇਹ ਗੱਲ ਤੇ ਇਸ਼ੂ ਤੇ ਹੁੰਦੀ ਰਹਿੰਦੀ ਆ ਗੱਲਬਾਤ, ਕਿ ਆਈਲੈਟ ਕਰਕੇ ਇੱਕ ਇਹਨਾਂ ਨੇ ਕਿਹੜਾ ਮਤਲਬ ਕਿ ਹੁਣ ਮੈਡੀਕਲ ਲਾਈਨ ਦੇ ਵਿੱਚ ਜਾਣਾ ਆ, ਜਾਂ ਇੰਜੀਨੀਅਰਿੰਗ ਲਾਈਨ ਦੇ ਵਿੱਚ, ਜਾਂ ਮਤਲਬ ਕਿ ਇਹਨਾਂ ਨੂੰ ਉਸ ਟਾਈਪ ਦੀ, ਉਸ ਲੈਵਲ ਦੀ, ਉੱਚੇ ਦਰਜੇ ਦੀ ਇੰਗਲਿਸ਼ ਚਾਹੀਦੀ ਆ। ਸਾਰਾ ਕੁਝ ਕਰ ਰਹੇ ਆ, ਸਾਰਾ ਕੁਝ ਸਹੀ ਕਰ ਰਹੇ ਆ, ਮਿਹਨਤ ਕਰ ਰਹੇ ਆ, ਉਹ ਆਪਣੀ ਪੂਰਾ ਆਪਣਾ ਜ਼ੋਰ ਲਗਾ ਕੇ ਟੈਕਸ ਭਰ ਰਹੇ ਆ। ਇੱਕ ਬੈਕਬੋਨ ਆ ਜਿੱਦਾਂ ਕਹਿ ਲਓ ਵੀ ਕੰਟਰੀ ਦੀ, ਐਸੈਂਸ਼ੀਅਲ ਵਰਕਰਸ ਆ। ਹੋਰ ਵੀ ਸਾਰਾ ਜੋ ਵੀ ਹੈਗਾ ਸਹੀ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਆ, ਪਰ ਸਿਰਫ ਇੱਕ ਇੰਗਲਿਸ਼ ਥੋੜ੍ਹੀ ਜਿਹੀ ਇੱਕ ਅੱਧੇ ਬੈਂਡ ਦੇ ਫਰਕ ਕਰਕੇ ਇਹਨਾਂ ਨੂੰ ਇਹਨਾਂ ਦੇ ਹੱਕ ਤੋਂ ਵਾਂਝੇ ਕਰ ਦੇਣਾ, ਇਹ ਤਾਂ ਬਿਲਕੁਲ ਸਰਾਸਰ ਨਾਇਨਸਾਫੀ ਹੈ ਮੇਰੇ ਹਿਸਾਬ ਦੇ ਨਾਲ। ਬਾਕੀ ਇਹ ਗੌਰਮੈਂਟਾਂ ਵੀ ਮਤਲਬ ਕਿ ਕਈ ਤਰ੍ਹਾਂ ਦੇ ਲਾਰੇ ਲਾਉਂਦੀਆਂ, ਬਹੁਤ ਕੁਛ ਕਰਦੀਆਂ ਹੈਗੀਆਂ ਆ, ਪਰ ਜਿੰਨਾ ਕਿ ਇਹਨਾਂ ਨੂੰ
ਇਸ ਲਾਈਨ ਦੇ ਵਿੱਚ ਹੀ ਇਹਨਾਂ ਨੇ ਰਹਿਣਾ ਹੈਗਾ ਆ। ਇਹਨਾਂ ਨੇ ਕੋਈ ਡਾਕਟਰ ਦਾ ਇੰਜੀਨੀਅਰਿੰਗ ਨਹੀਂ ਕਰਨੀ ਹੈਗੀ ਹੁਣ ਜਾ ਕੇ ਵੀ ਇਹਨਾਂ ਨੂੰ ਬਹੁਤ ਹਾਈ ਲੈਵਲ ਦੀ ਇੰਗਲਿਸ਼ ਚਾਹੀਦੀ ਆ। ਤੇ ਮੇਰਾ ਖਿਆਲ ਗੌਰਮੈਂਟ ਨੂੰ ਵੀ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ ਆ ਵੀ ਜਿਹੜੇ ਇਹੋ ਇੱਦਾਂ ਦੇ ਇਹਨਾਂ ਵਰਗੇ ਗੁਰਮੀਤ ਜੀ ਵਰਗੇ ਮਿਹਨਤਕਸ਼ ਲੋਕ ਆ, ਮਿਹਨਤੀ ਲੋਕ ਆ, ਆਪਣੀ ਟਰੱਕਿੰਗ ਲਾਈਨ ਦੇ ਵਿੱਚ ਪਏ ਹੈਗੇ ਆ, ਵੀ ਉਹਨਾਂ ਨੂੰ ਥੋੜ੍ਹਾ ਬਹੁਤਾ ਜਿਹੜਾ ਇਹੋ ਆਈਲੈਟ ਦੇ ਪੁਆਇੰਟਾਂ ਦਾ ਉਹ ਤੋਂ ਛੋਟ ਦੇਣੀ ਚਾਹੀਦੀ ਆ, ਜ਼ਰੂਰ ਛੋਟ ਦੇਣੀ ਚਾਹੀਦੀ ਹੈਗੀ ਆ। ਇਹ ਮੇਰੀ ਬੇਨਤੀ ਆ। ਤੇ ਬਾਕੀ ਆਪਣਾ ਜਿਹੜੀ ਗੱਲਬਾਤ ਹੋਰ ਆਪਾਂ ਇਹਨਾਂ ਨੂੰ ਗੁਰਮੀਤ ਜੀ ਨੂੰ ਇੱਕ ਹੋਰ ਮੈਂ ਪੁੱਛਣਾ ਚਾਹੂੰਗਾ, ਗੁਰਮੀਤ ਜੀ ਹੋਰ ਤੁਸੀਂ ਆਪਣਾ ਜਿਹੜੀ ਰੋਡ ਦੇ ਉੱਤੇ ਜਾਂ ਟਰੱਕਿੰਗ ਕੰਪਨੀ ਹੈਗੀ ਆ ਉਹਦੇ ਨਾਲ ਹੋਰ ਤੁਸੀਂ ਕੀ ਆਪਣਾ ਇਸ਼ੂ ਜਿਹੜਾ ਹੈਗਾ ਆ ਉਹ ਕਿੱਦਾਂ ਦੇ ਮਤਲਬ ਕਿ ਤੁਸੀਂ ਡਿਸਕਸ ਕਰਨੇ ਚਾਹੁੰਦੇ ਆ ਵੀ ਕੀ ਪ੍ਰੋਬਲਮ ਤੁਹਾਨੂੰ ਹੋਰ ਆਉਂਦੀਆਂ ਹੈਗੀਆਂ ਆ? ਜੇ ਮੈਂ ਕੈਨੇਡਾ ਦੀ ਗੱਲ ਕਰਾਂ ਸੋਨੀ ਜੀ, ਤੇ ਕੈਨੇਡਾ ਦੇ ਵਿੱਚ ਤਾਂ ਉਹ ਟੋਏ ਵਾਲੇ ਆ ਰੋਡ ਮਿਲਦੇ ਆ ਸਾਨੂੰ, ਹੈ ਜੀ ਜੀ, ਉਹਨਾਂ ਦੇ ਸਿੰਗਲ ਰੋਡ ਆ, ਕਾਰ ਲੰਘਣ ਜੋਗੇ ਰੋਡ ਹੈਗੇ ਆ ਜਿਹੜੇ ਟਰੱਕ ਟ੍ਰੇਲਰ ਲੈ ਕੇ ਨਵਾਉਣੇ ਆ, ਹਨਾ ਜੀ ਜੀ। ਤੇ ਦੂਸਰੀ ਗੱਲ ਇਹ ਆ ਕਿ ਸਾਨੂੰ ਕਿਤੇ ਵੀ ਰੋਡ ਦੇ ਉੱਤੇ ਟਰੱਕ ਖਰਾਬ ਹੋ ਜਾਂਦਾ ਆ ਜਾਂ ਕੁਛ ਆ, ਸਾਨੂੰ ਰਾਈਟ ਅਵੇ ਟੋ ਵਾਲਿਆਂ ਦੀ ਫੈਸਿਲਿਟੀ ਛੇਤੀ ਨਹੀਂ ਮਿਲਦੀ। ਘੱਟੋ ਘੱਟ 5 ਤੋਂ 6 ਘੰਟੇ ਦੀ ਕੈਨੇਡਾ ਦੇ ਵਿੱਚ ਪ੍ਰੋਬਲਮ, ਕੈਨੇਡਾ ਹੋਵੇ ਅਮਰੀਕਾ ਹੋਵੇ, ਉੱਥੇ ਸਾਨੂੰ ਟੋ ਦੀ ਬੜੀ ਪ੍ਰੋਬਲਮ ਆਉਂਦੀ ਆ। ਜਿੱਦਾਂ ਹੁਣ ਮੇਰਾ ਪਿਛਲੇ ਟਰੱਕ ਮੈਡਫੋਰਡ ਖਰਾਬ ਹੋ ਗਿਆ ਜੀ ਜੀ, ਉਹਦਾ ਸਟੀਅਰਿੰਗ ਵੀ ਲੋਕ ਹੋ ਗਿਆ, ਇੰਜਨ ਬੰਦ, ਕੁਛ ਨਹੀਂ, ਮਤਲਬ ਸਟਾਰਟ ਹੀ ਨਹੀਂ ਸੀ ਹੋ ਰਿਹਾ। ਤੇ ਕੋਈ ਵੀ ਮੈਂ ਫੋਨ ਕੀਤਾ ਉਹ ਮੈਨੂੰ 30 ਮੀਲਾਂ ਹੀ ਦੱਸੀ ਗਏ 2.5 ਘੰਟੇ ਤੱਕ, ਵੀ 30 ਮੀਲਾਂ ਤੱਕ ਆਉਨੇ ਆ। ਪ੍ਰੋਬਲਮ ਉਹਦੀ ਰੋਡ ਦੇ ਉੱਤੇ ਬਹੁਤ ਜ਼ਿਆਦਾ ਵੀ ਉੱਥੇ ਕੋਈ ਲਾਗੇ ਛਾਗੇ ਕੁਛ ਨਹੀਂ ਸੀ, ਪਹਾੜ ਦੇ ਤੇ ਮੈਂ ਹੈਲ ਦੇ ਉੱਤੇ ਹੀ ਮੇਰਾ ਸਟਕ ਹੋ ਗਿਆ, ਹੈ ਨਾ। ਤੇ ਇਦਾਂ ਦੀ ਜਿਹੜੀ ਮੂਵਮੈਂਟ ਦੇ ਵਿੱਚ ਕੀ ਕਰੀਏ ਅਸੀਂ, ਹੈ ਨਾ, ਵੀ ਮੁੰਡੇ ਤਾਂ ਫੇਰ ਵੀ ਮੈਨੇਜ ਕਰਦੇ, ਕੁੜੀਆਂ ਲਈ ਬਹੁਤ ਹਾਰਡ ਹੋ ਜਾਂਦਾ, ਪਰ ਫੇਰ ਵੀ ਮੈਂ ਡਰਦੀ ਨਹੀਂ ਹੈਗੀ ਵੀ ਚੱਲ ਜੋ ਹੈਗਾ ਰੋਡ ਦੇ ਉੱਤੇ ਆ, ਇੱਥੇ ਆ। ਪਰ ਇੰਨੀ ਕੁਰਬਾਨੀ ਦੇਣ ਦੇ ਬਾਵਜੂਦ ਵੀ ਸਾਨੂੰ ਕੁਝ ਮਿਲਦਾ ਹੀ ਨਹੀਂ। ਤੇ ਦੂਸਰਾ ਇੱਕ ਹੋਰ ਮੈਂ ਆਪਣੇ ਗੱਲਬਾਤ ਕਾਫੀ ਲੰਮੀ ਚੌੜੀ ਆਪਣੀ ਹੋ ਸਕਦੀ ਆ, ਪਰ ਮੈਂ ਐਂਡ ਦੇ ਵਿੱਚ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਗੌਰਮੈਂਟ ਤੋਂ ਤੁਸੀਂ ਕੀ ਚਾਹੁੰਦੇ ਆ? ਕੋਈ ਥੋੜੇ ਆਪਣੇ 1-ਅੱਧੇ ਮਿੰਟ ਦੇ ਵਿੱਚ ਵੀ ਹਾਂ ਤੁਸੀਂ ਇੰਨੀ ਮਿਹਨਤ ਕਰਦੇ ਆ, ਟੈਕਸ ਪੇ ਕਰਦੇ ਆ, ਸਾਰਾ ਕੁਝ ਕਰਦੇ ਆ, ਵੀ ਟਰੱਕਿੰਗ ਕੰਪਨੀਆਂ ਦਾ ਤਾਂ ਹੋ ਗਿਆ ਵੀ ਪੂਰੇ ਪੇ ਨਹੀਂ ਕਰਦੇ, ਵੀ ਉਹਨਾਂ ਨੂੰ ਪੇ ਕਰਨੀ ਚਾਹੀਦੀ ਆ। ਤੁਸੀਂ ਗੌਰਮੈਂਟ ਤੋਂ ਕੀ ਡਿਮਾਂਡ ਕਰਦੇ ਵੀ ਗੌਰਮੈਂਟ ਤੁਹਾਡੀ ਕੀ ਹੈਲਪ ਕਰੇ? ਗੌਰਮੈਂਟ ਸਾਨੂੰ ਪਹਿਲਾਂ ਜਦੋਂ ਅਸੀਂ ਕਿਸੇ ਵੀ ਕੰਪਨੀ ਤੋਂ ਲੈਨੇ ਆ, LMI ਲੈਨੇ ਆ, ਸਾਨੂੰ ਓਪਨ ਵਰਕ ਪਰਮਿਟ ਦੇਵੇ ਜੀ। ਉਹਦੇ ਨਾਲ ਕੀ ਅਬਿਊਜ਼ ਘਟ ਜਾਣਾ ਜੀ, ਲੋਕੀ ਇੱਕ ਦੂਜੇ ਨਾਲ ਲੜਨਾ ਬੰਦ ਕਰਨਗੇ, ਕੇਸ ਨਹੀਂ ਕਰਨਗੇ ਜੀ, ਇੱਕ ਉਹ ਵਿਹਲੇ ਨਹੀਂ ਬੈਠਣਗੇ। ਗਵਰਨਮੈਂਟ ਦਾ ਫਾਇਦਾ ਇਹ ਆ ਕਿ ਗਵਰਨਮੈਂਟ ਨੂੰ ਪੂਰੇ ਸਾਲ ਦਾ ਟੈਕਸ ਜਾਊਗਾ, ਉਹ 'ਚ ਫਾਇਦਾ ਆ। ਜੇ ਹੁਣ ਮੈਂ 3000 ਜੇ ਟਰੱਕਿੰਗ ਦੇ ਵਿੱਚ ਕਮਾ ਰਹੀ ਆ ਤੇ ਗ੍ਰੀਨ ਹਾਊਸ ਵਾਲੇ ਵੀ ਕਮਾਉਂਦੇ ਆ। ਬਿਲਕੁਲ, ਮੈਂ ਇੰਨੀ ਰਾਤਾਂ ਜਾਗਣ ਦੀ ਕੀ ਲੋੜ ਪਈ ਹੈ ਫਿਰ ਮੈਨੂੰ? ਬਿਲਕੁਲ, ਹੈ ਨਾ। ਇਹਦਾ ਮਤਲਬ ਵੀ ਤੁਸੀਂ ਇਹ ਚਾਹੁੰਦੇ ਆ ਵੀ ਗਵਰਨਮੈਂਟ ਥੋੜਾ ਜਿਹਾ ਤੁਹਾਨੂੰ ਇਸ ਗੱਲ ਦੇ ਵਿੱਚ ਵੀ ਆਈਲੈਟ ਜਿਹੜੀ ਹੈਗੀ ਉਹਦੇ ਵਿੱਚ ਥੋੜੇ ਜਿਹੇ ਪੁਆਇੰਟ ਦੀ ਰਾਹਤ ਦੇਵੇ ਤਾਂ ਕਿ ਤੁਸੀਂ ਈਜ਼ੀਲੀ ਆਪਣਾ ਅਪਲਾਈ ਕਰਕੇ ਤਾਂ PR ਕਾਰਡ ਵਗੈਰਾ ਅਪਲਾਈ ਕਰ ਸਕੋ। ਇੰਗਲਿਸ਼ ਬੇਸਿਕ ਜਿਹੀ ਹੋਣੀ ਹੈ ਹਰ ਕੰਟਰੀ। ਜਿਵੇਂ ਮੈਂ ਇਟਲੀ ਦੇ ਵਿੱਚ ਵੀ ਮਾਲਾ ਇਟਾਲੀਅਨ ਦਾ ਟੈਸਟ ਦਿੱਤਾ ਸੀ, ਉਹ 'ਚ ਬੇਸਿਕ ਸੀਗਾ, ਪੁਆਇੰਟ ਸਿਸਟਮ ਨਹੀਂ ਸੀ। ਇਹ ਪੁਆਇੰਟ ਸਿਸਟਮ ਚੱਕ ਦੇਣ, ਮੇਰੇ ਆਲ ਓਵਰ ਪੂਰੇ ਆਏ ਹੋਏ ਆ। ਉਹ ਠੀਕ ਆ ਜੀ, ਠੀਕ ਹੈ ਜੀ। ਫਾਈਲ ਲੱਗਦੀ ਹੈ, ਅੱਧਾ ਬੈਂਡ ਕਰਕੇ ਲੱਗ ਹੀ ਨਹੀਂ ਰਹੀ। ਠੀਕ ਹੈ। ਇੱਕ ਮੁੰਡੇ ਨੇ 15 ਵਾਰੀ ਟੈਸਟ ਦਿੱਤਾ, ਅੱਧੇ ਬੈਂਡ ਕਰਕੇ ਉਹਦੀ ਫਾਈਲ ਹੀ ਨਹੀਂ ਲੱਗ ਰਹੀ। ਠੀਕ ਆ ਯਾਰ, ਚਲੋ ਇਸ਼ੂਜ਼ ਤੁਹਾਡੇ ਬੜੇ ਮਤਲਬ ਕਿਹੜੇ ਕਾਮਨ ਆ, ਹੋਰ ਵੀ ਲੋਕਾਂ ਦੇ ਨਾਲ ਆਪਾਂ ਜਦੋਂ ਡਿਸਕਸ ਕਰਦੇ ਹਾਂ ਵੀ ਪ੍ਰੋਬਲਮ ਇਹੋ ਹੀ ਕਹਿ ਰਹੇ ਆ। ਬਾਕੀ ਚਲੋ ਤੁਸੀਂ ਗੁਰਮੀਤ ਜੀ ਸਾਡੇ ਇੱਥੇ ਆਏ ਹੈਗੇ ਸਟੂਡੀਓ ਦੇ ਵਿੱਚ, ਤੇ ਆਪਾਂ ਮਤਲਬ ਕਿ ਇਹੋ ਹੀ ਆਸ ਕਰਦੇ ਹਾਂ ਵੀ ਤੁਹਾਡੀ ਜਿਹੜੀ ਗੱਲਬਾਤ ਹੈਗੀ ਆ, ਤੁਹਾਡੇ ਇਸ਼ੂਜ਼ ਜਿਹੜੇ ਹੈਗੇ ਆ ਉਹ ਗੌਰਮੈਂਟ ਤੱਕ ਪਹੁੰਚਣਗੇ, ਟਰੱਕਿੰਗ ਇੰਡਸਟਰੀਆਂ ਤੱਕ ਪਹੁੰਚਣਗੇ। ਤੇ ਮੇਰੀ ਵੀ ਇਹੋ ਹੀ ਬੇਨਤੀ ਆ ਟਰੱਕਿੰਗ ਇੰਡਸਟਰੀ ਨੂੰ ਵੀ ਉਹ ਤੁਹਾਡੇ ਲਈ ਕੰਮ ਕਰਦੇ ਹੈਗੇ ਆ, ਡਰਾਈਵਰ ਦਿਨ ਰਾਤ ਐਸੈਂਸ਼ੀਅਲ ਵਰਕਰ ਆ। ਚਲੋ ਤੁਸੀਂ ਵੀ ਉਹਨਾਂ ਨੂੰ ਆਪਣੇ 2-2 ਲੱਖ ਦੇ ਟਰੱਕ ਫੜਾਇਆ, ਪਰ ਉਹ ਆਪਣੀ ਜਾਨ ਦੀ ਬਾਜੀ ਲਾ ਕੇ ਟਰੱਕ ਦੇ ਉੱਤੇ ਜਾ ਕੇ ਤੁਹਾਡਾ ਕੰਮ ਕਰ ਰਹੇ ਆਪਣੇ। ਉਹਨਾਂ ਨੂੰ ਘੱਟੋ ਘੱਟ ਉਹਨਾਂ ਦੀ ਵੇਜਸ ਤਾਂ ਪੂਰੀਆਂ ਦਿੱਤੀਆਂ ਜਾਣ, ਅਬਿਊਜ਼ ਤਾਂ ਨਾ ਕੀਤਾ ਜਾਵੇ। ਤੇ ਦੂਸਰੀ ਗੱਲ, ਗੌਰਮੈਂਟ ਦੇ ਮੋਹਰੇ ਮੇਰੀ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਪਿਛਲੇ 3-4 ਸਾਲ ਤੋਂ ਇਹਨਾਂ ਵਰਗੇ ਹੋਰ ਹਜ਼ਾਰਾਂ ਹੀ ਡਰਾਈਵਰ ਕੰਮ ਕਰ ਰਹੇ ਆ ਜੀ, ਦੁਨੀਆ ਤੋਂ ਵੀ ਚਲੇ ਗਏ ਉਹ ਆਪਣੇ, ਵੀ ਉਹ ਮਤਲਬ ਕਿ PR ਕਾਰਡ ਦੀ ਵੇਟ ਕਰਦੇ ਚੱਲ ਗਏ। ਵੀ ਪਲੀਜ਼ ਇਹਨਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾਵੇ PR ਕਾਰਡ ਦੇ ਵਿੱਚ, ਆਪਣੇ ਪੁਆਇੰਟਸ ਦੇ ਵਿੱਚ, ਤਾਂ ਕਿ ਇਹ ਆਪਣੇ ਇੱਕ ਸਹੀ ਤਰੀਕੇ ਨਾਲ ਆਪਣਾ ਇੱਕ ਇੱਥੇ ਦੇ PR ਕਾਰਡ ਹੋ ਕੇ, ਸਿਟੀਜ਼ਨ ਹੋ ਕੇ ਇਸ ਮੁਲਕ ਦੀ ਤਰੱਕੀ 'ਚ ਹੱਥ ਪਾ ਸਕਣ ਤੇ ਨਾਲ ਟੈਕਸ ਪੇ ਕਰ ਸਕਣ, ਇੱਕ ਗੁੱਡ ਸਿਟੀਜ਼ਨ ਹੋ ਸਕਣ। ਤੇ ਮੇਰੀ ਇਹੋ ਹੀ ਬੇਨਤੀ ਆ ਕਿ ਜ਼ਰੂਰ ਇਹਨਾਂ ਦੀਆਂ ਜੋ ਕੰਸਰਨ ਗੱਲਾਂ ਬਾਤਾਂ ਉਹਨਾਂ ਤੇ ਗੌਰ ਕੀਤੀ ਜਾਵੇ। ਕੁਝ ਹੋਰ ਕਹਿਣਾ ਚਾਹੋਗੇ ਤੁਸੀਂ ਐਂਡ ਦੇ ਵਿੱਚ? ਜੀ ਸੋਨੀ ਜੀ, ਇੱਕ ਹੋਰ ਇਸ਼ੂ ਹੈਗਾ ਆ, ਇਹਨਾਂ ਨੇ 12ਵੀਂ ਦਾ ਸਰਟੀਫਿਕੇਟ ਜਿਹੜਾ ਕੰਪਲਸਰੀ ਕੀਤਾ ਆ। ਮੈਨੂੰ ਤੁਹਾਨੂੰ ਵੀ ਪਤਾ ਇੰਡੀਆ ਦੇ ਵਿੱਚ ਅੱਜ ਵੀ ਗਰੀਬੀ ਕਰਕੇ ਕੁਛ ਕਰਕੇ 10ਵੀਂ ਤੋਂ ਗਾਂ ਕੋਈ 6ਵੀਂ ਕਰਕੇ ਹਟ ਜਾਂਦਾ। ਕੀ ਜਿਹੜਾ ਬੰਦਾ ਘੱਟ ਪੜਿਆ ਆ, 5 ਪੜੇ ਜਾਂ 6 ਪੜਿਆ, ਕੀ ਉਹ ਬੰਦਾ ਮਿਹਨਤ ਕਰ ਰਿਹਾ ਇਸ ਕੰਟਰੀ 'ਚ ਆ ਕੇ, ਕੀ ਉਹ PR ਦਾ ਹੱਕਦਾਰ ਨਹੀਂ ਆ? ਜੀ ਬਿਲਕੁਲ।
ਬਿਲਕੁਲ ਠੀਕ ਹੈ ਹੈ ਨਾ ਜੀ। ਇਦਾਂ ਦੇ ਕਾਫੀ ਇਸ਼ੂਜ਼ ਹੈਗੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਇਹਨਾਂ ਨਾਲ ਦੁਬਾਰਾ ਫਿਰ ਮੁਲਾਕਾਤ ਕੀਤੀ ਜਾਵੇ ਤੇ ਹੋਰ ਜੋ ਇਸ਼ੂਜ਼ ਹੈਗੇ ਉਹਨਾਂ ਦੇ ਉੱਤੇ ਦੁਬਾਰਾ ਫਿਰ ਲੰਬੀ ਡਿਸਕਸ ਕੀਤੀ ਜਾਵੇ। ਤੇ ਬਾਕੀ ਗੁਰਮੀਤ ਜੀ ਤੁਸੀਂ ਸਟੂਡੀਓ ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਪਲੱਸ ਟੀਵੀ ਵਾਲਿਆਂ ਦਾ, ਪਲੱਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸੋਨੀ ਪੰਗੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।